ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਸਰੂਪਾਂ ਦੀ ਆਤਮਿਕ ਜੋਤ ਜੁਗੋ ਜੁਗ ਟਲ ਸ਼ਾਂਤੀ ਦੇ ਪੁੰਜ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਹਰ ਰੋਜ਼ ਦੀ ਤਰ੍ਹਾਂ ਗੁਰੂ ਦੇ ਸਨਮੁਖ ਸਾਹਿਬਾਂ ਨੂੰ ਸੀਸ ਝੁਕਾ ਕੇ ਸੰਗਤ ਰੂਪ ਹੋ ਕੇ ਮਿਲ ਕੇ ਬੈਠੇ ਹੋ। ਰੱਬੀ ਬਾਣੀ ਦੇ ਨਿਤਨੇਮ ਦਾ ਆਨੰਦ ਭਾਗਾਂ ਵਾਲਿਆਂ ਨੇ ਲਿਆ ਹੈ। ਸਾਜ ਵਜਾ ਕੇ ਸੁਰਤਾਲ ਵਿੱਚ ਗੁਰੂ ਕੀ ਬਾਣੀ ਗਾਈ ਹੈ। ਸੋ ਉਹ ਆਪ ਜੀ ਸੁਣ ਚੁੱਕੇ ਹੋ। ਅਰਦਾਸ ਵਿੱਚ ਹਾਜ਼ਰੀ ਲੱਗੀ ਗੁਰਮੁਖ ਵਾਕ। ਪ੍ਰੰਤ ਭਾਵੇਂ ਹਰ ਰੋਜ਼ ਸਮੇਂ ਤੋਂ ਲੈ ਕੇ ਲੜੀਵਾਰ ਪਾਠ ਚੱਲਦੇ ਨੇ। ਸਤਿਕਾਰਯੋਗ ਵੀਰ ਕਰਤਾਰ ਸਿੰਘ ਦੀ ਡਿਊਟੀ ਹੈ। ਦਾਸ ਨੂੰ ਹੁਕਮ ਲੱਗਾ ਸੀ ਕਥਾ ਜੋ ਵਿਸਾਖੀ ਦਾ ਦਿਹਾੜਾ ਖਾਲਸੇ ਦੀ ਪੰਥ ਦੇ ਸਿੰਘ ਨਾਂ ਵਾਲੇ ਸਾਨੂੰ ਬਣਾਇਆ ਨੀਂਹ ਰੱਖੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ। ਉਸ ਸਮੇਂ ਨੂੰ ਮਦੇ ਰੱਖਦਿਆਂ ਹੋਇਆਂ ਵਿਸਾਖੀ ਵਾਲੇ ਦਿਨ ਮਹੀਨੇ ਦੇ ਪਾਠ ਦੀ ਵਿਚਾਰ ਅਤੇ ਕੁਝ ਪੰਜ ਪਿਆਰੇ ਦੇ ਸੰਬੰਧ ਵਿੱਚ ਥੋੜ੍ਹੀਆਂ ਜਿਹੀਆਂ ਬੇਨਤੀਆਂ। ਉਸ ਤੋਂ ਉਪਰੰਤ ਜੋ ਪੰਜ ਪਿਆਰੇ ਸਿੱਖਿਆ ਦਿੰਦੇ ਨੇ, ਪਹਿਲੇ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ। ਗੁਰੂ ਤਾਬਿਆ ਖੜ੍ਹੇ ਹੋ ਗਏ ਅੰਮ੍ਰਿਤ ਛਕਣ ਵਾਲੇ ਬਲਾਖੀਆਂ ਨੂੰ। ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਸਾਰਿਆਂ ਵਾਸਤੇ ਹੈ। ਫਿਰ ਗੁਰਮੰਤਰ ਵਾਹਿਗੁਰੂ ਮੰਤਰ ਪੰਜ ਪਿਆਰੇ ਯਾਦ ਕਰਵਾਉਂਦੇ ਨੇ। ਭਾਗਾਂ ਵਾਲੀਆਂ ਆਤਮਾ ਨਾਮ ਦੀ ਦਾਤ ਪ੍ਰਾਪਤ ਕਰਦੀਆਂ ਨੇ। ਉਸ ਤੋਂ ਉਪਰੰਤ ਪੰਜ ਕਕਾਰ ਅਤੇ ਉਹਨਾਂ ਦੀ ਰਹਿਤ ਕਿਵੇਂ ਰੱਖਣੀ ਹੈ ਅਤੇ ਇਹਨਾਂ ਦੀ ਮਹਾਤਮ ਕੀ ਹੈ, ਇਹ ਸੰਗਤਾਂ ਨੇ ਸਰਵਣ ਕੀਤਾ ਸੀ। ਅਤੇ ਕੱਲ੍ਹ ਦੇ ਦੀਵਾਨ ਵਿੱਚ ਸਿੱਖ ਸੰਗਤਾਂ ਇਹਨਾਂ ਰਹਿਤਾਂ ਅਤੇ ਭਖ ਰਹਿਤਾਂ ਬਾਰੇ ਮਹਾਰਾਜ ਸਾਹਿਬ ਹੋਰ ਸੇਵਾ ਲੈ ਲੈਣ। ਥਾਂ ਪਰ ਥਾਂ ਹਜ਼ੂਰ ਨੇ ਬਖਸ਼ਾਂ ਕੀਤੀਆਂ ਨੇ। ਸ਼ਾਇਦ ਅੱਜ 6ਵੀਂ ਕਥਾ ਹੈ। ਇਸ ਸੰਬੰਧ ਵਿੱਚ ਕਿੰਨਾ ਕੁ ਵਿਸਥਾਰ ਕਰ ਲਵਾਂਗੇ। ਸਮੁੰਦਰ ਮਹਾਰਾਜ ਸਾਹਿਬ ਨੇ ਕੁੱਜੇ 'ਚ ਬੰਦ ਕਰਕੇ ਸਾਨੂੰ ਦਿੱਤਾ ਹੋਇਆ ਹੈ। ਗਰੀਬ ਨਵਾਜ਼ ਕਿਰਪਾ ਕਰਨ। ਬੱਜਰ ਕਰੇ ਤਾਂ ਕਿਹਨੂੰ ਕਹਿੰਦੇ ਆ ਅਤੇ ਛੋਟੀਆਂ ਕਰੇ ਤਾਂ ਕਿਹਨੂੰ ਕਹਿੰਦੇ ਆ ਅਤੇ ਪੰਜਾਂ ਦਾ ਵਜ਼ਾ ਨਹੀਂ ਕਰਨਾ ਉਹ ਕਿਹੜੇ ਨੇ ਅਤੇ ਪੰਜਾਂ ਨਾਲ ਮੇਲ ਨਹੀਂ ਕਰਨਾ ਉਹ ਕਿਹੜੇ ਨੇ। ਇਹੋ ਜਿਹੀਆਂ ਵਿਚਾਰਾਂ ਮਹਾਰਾਜ ਸਾਹਿਬ ਸਾਡੇ ਪਾਸੋਂ ਕਰਵਾ ਲੈਣ। ਅਕਾਲ ਪੁਰਖ ਨਿਰੰਕਾਰ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਅਤੇ ਮਨੁੱਖ ਜਾਤੀ ਵਿਸ਼ੇਸ਼ ਤੌਰ 'ਤੇ ਅਵਰਜੋਨ ਤੇਰੀ ਪਨਹਾਰੀ। ਇਸ ਧਰਤੀ ਮੈਂ ਤੇਰੀ ਸਿਕਦਾਰੀ। ਸ਼੍ਰੋਮਣੀ ਬਣਾਇਆ ਮਨੁੱਖ ਜਾਤੀ ਸਰੀਰ ਨੂੰ। ਪਦਾਰਥ ਰੂਪ ਹੈ, ਮਹਿੰਗੀ ਅਣਮੁੱਲੀ ਦਾਤ ਹੈ। ਕਦਰ ਨਾ ਹੋਣ ਕਰਕੇ ਭਾਵੇਂ ਕੱਟੇ ਕੌਡੀਆਂ 'ਚ ਰੁੜੀ ਹੋਈ ਹੈ। ਭੰਗ ਦੇ ਪਹਾੜੇ ਹੱਥੋਂ ਨਿਕਲਦੀ ਜਾਂਦੀ ਹੈ। ਇਸ ਪ੍ਰਕਾਰ ਐਨ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਤਰ੍ਹਾਂ ਜ਼ਿੰਦਗੀ ਲੰਘਦੀ ਜਾਂਦੀ ਹੈ। ਪਰ ਮਹਾਰਾਜ ਸਾਹਿਬ ਨੇ ਜਿਵੇਂ ਸ੍ਰਿਸ਼ਟੀ ਬਣਾਈ ਉਹਦੇ ਵਿੱਚ ਆਪਾਂ ਸਾਰੇ ਬਣੇ ਹੈ। ਕਲਗੀਧਰ ਪਿਤਾ ਦੇ ਬਚਨ ਨੇ ਕੋਈ ਭਇਓ ਮੁੰਡਿਆ ਸੰਨਿਆਸੀ, ਕੋਈ ਜੋਗੀ ਭਇਓ, ਕੋਈ ਬ੍ਰਹਮਚਾਰੀ, ਕੋਈ ਜਤੀ ਅਨੁਮਾਨ ਵੋ। ਹਿੰਦੂ ਤੁਰਕ ਕਉ ਰਾਪਸੀ ਮਾਮ ਸਾਫੀ ਮਾਨਸ ਕੀ ਜਾਰ ਸਭ ਹੈ ਏਕ ਹੈ ਪਹਿਚਾਨ ਬੋ। ਅਤੇ ਗਾਂ ਇਹਨਾਂ ਤੋਂ ਹੋਰ ਸੀਆ ਸੁੰਨੀ ਰਾਪਸੀ ਮਾਮ ਸਾਫੀ ਮੁਸਲਮਾਨਾਂ ਦੀਆਂ ਗਾਂ ਬਰਾਦਰੀਆਂ ਵਧੀ ਜਾਂਦੀਆਂ ਹੈ। ਬ੍ਰਾਹਮਣ ਖੱਤਰੀ ਵੈਸ਼ ਸ਼ੂਦ ਆਦਿਕ ਹਿੰਦੂ ਵਧਾਈ ਜਾਂਦੇ ਹੈ। ਰੱਬ ਦੀਆਂ ਵੰਡਾਂ, ਦੇਵੀ ਦੇਵਤੇ ਦੀਆਂ ਵੰਡਾਂ, ਧਾਰਮਿਕ ਸਥਾਨਾਂ ਦੀਆਂ ਵੰਡਾਂ, ਗ੍ਰੰਥਾਂ ਦੀਆਂ ਵੰਡਾਂ, ਸੰਸਕਾਰਾਂ ਦੀਆਂ ਵੰਡਾਂ ਗਾਂ ਪਾਏ ਜਾਂਦੇ ਨੇ। ਪਰਮੇਸ਼ਰ ਵੱਲੋਂ ਕੋਈ ਨਹੀਂ, ਰੱਬ ਵੱਲੋਂ ਕੋਈ ਨਹੀਂ। ਉਹਦੀ ਬਣਾਈ ਹੋਈ ਬਣਤਰ ਨੂੰ ਬਣੀ ਰਹਿਣ ਦਿਓ। ਸਾਰਿਆਂ ਨਾਲ ਮਿਲ ਕੇ ਚੱਲੋ। ਸੋ ਭਜੋ ਪਾਰ ਬ੍ਰਹਮ ਤਜੋ ਸਭ ਭਰਮ। ਕਹੋ ਨਾਨਕ ਅਟਲ ਇਹੋ ਧਰਮ। ਹੋਰ ਕਿਸ ਧਰਮ ਦੀ ਤੁਹਾਨੂੰ ਲੋੜ ਹੈ? ਨਹੀਂ ਕੋਈ ਵੀ ਧਾਰਨ ਦੀ ਲੋੜ। ਮੁਸਲਮਾਨੀ ਮੱਤ ਹੈ, ਮਰਾਸੀ ਬਰਾਦਰੀ ਹੈ, ਮਰਦਾਨਾ ਜਿਸ ਨੂੰ ਕਹਿੰਦੇ ਹੈ ਅਤੇ ਬਾਲਕ ਅਵਸਥਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਲ ਏਜ ਵਿੱਚ ਉਮਰ ਵਿੱਚ ਵੱਡਾ ਸੀ ਅਤੇ ਬਾਲ ਲੀਲਾ ਖੇਡਦਿਆਂ ਹੋਇਆਂ ਖੇਡਣ ਵਾਸਤੇ ਆਇਆ। ਉਹਦੀ ਮਾਤਾ ਨੇ ਆਵਾਜ਼ਾਂ ਮਾਰੀਆਂ ਮਰ ਜਾਣਾ ਕਹਿ ਕੇ। ਸੋ ਘਰ ਨੂੰ ਆ ਜਾ ਮਰ ਜਾਣਾ ਕਹਿ ਕੇ ਮਹਾਰਾਜ ਸਾਹਿਬ ਹੈਰਾਨ ਹੋਏ। ਤੁਸੀਂ ਸਰਯੁਗ ਤੋਂ ਲੈ ਕੇ ਹੁਣ ਤੱਕ ਕੋਈ ਗ੍ਰੰਥ ਵਿਚਾਰ ਲਓ, ਕਿਸੇ ਮੱਤ ਵਾਲੇ ਨੂੰ ਪੁੱਛ ਲਓ, ਕਿਸੇ ਨੇ ਆਪਣੇ ਪੁੱਤਰ ਦਾ ਨਾਮ ਮਰ ਜਾਣਾ ਨਹੀਂ ਰੱਖਿਆ ਹੋਵੇਗਾ। ਸੋ ਸਰਜੀਤ ਆਦਿਕ ਅਤੇ ਸਦਾ ਰਹਿਣ ਵਾਲਾ ਆਦਿਕ ਇਤਾਦਿਕ ਨਾਂ ਜ਼ਰੂਰ ਰੱਖੇ ਹੋਣਗੇ।
ਤੇ ਮਾਲਕ ਦੀ ਮਰਜ਼ੀ ਹੈ। ਹਜ਼ੂਰ ਹੈਰਾਨ ਹੋ ਕੇ ਪੁੱਛਦੇ, ਮਾਤਾ ਸਿੱਖ ਜਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ केते ਬੈਠ ਗਿਆ। ਇਹ ਤਾਂ ਚੱਲਦੀ ਸਰਾਂ ਸਾਰੀ ਦੁਨੀਆ ਹੈ, ਪਰ ਇਹ ਕਾਰਨ ਕੀ ਹੈ ਨਾਂ ਰੱਖਣ ਦਾ? ਮਾਤਾਵਾਂ ਤੇ ਇੱਕ ਵਾਰੀ ਵੀ ਨਹੀਂ ਕਹਿੰਦੀਆਂ ਤੇ ਤੂੰ ਨਾਂ ਹੀ ਰੱਖ ਲਿਆ ਹੈ। ਕਹਿੰਦੀ, ਨਾਨਕਾ ਕੀ ਦੱਸਾਂ, 6-7 ਪੁੱਤਰ ਅੱਗੇ ਜੰਮ ਕੇ ਮਰ ਚੁੱਕੇ ਨੇ ਤੇ ਇਹਨੇ ਕਿਹੜਾ ਜਿਉਂਦੇ ਰਹਿਣਾ ਹੈ। ਵਿਰਾਗ ਵਿੱਚ ਹੀ ਰੱਖ ਬੈਠੀ ਹੈ। ਤੇ ਮਾਤਾ ਤੈਨੂੰ ਸੁਝਾਅ ਦਈਏ, ਜੇ ਮੰਨ ਲਵੇਂ ਤੇ ਦਿਓ ਨਾਨਕ। ਅਸੀਂ ਕਹਿੰਦੇ, ਤੂੰ ਕਹਿੰਦੀ ਮਰ ਜਾਣਾ, ਅਸੀਂ ਕਹਿੰਦੇ ਮਰਦਾ ਨਾ, ਪਰ ਇਹਦੇ ਕੇਸ ਨਾ ਮਨਾਈ। ਇੱਥੋਂ ਰਬਤਾ ਕੀਤੀ ਹਜ਼ੂਰ ਨੇ, ਸਾਬਰ ਸੂਰਤ ਰਹਿਣ ਦੀ ਇਹਨੂੰ। ਵੇਖੋ ਵੇਖੀ ਨਾ ਚੁੱਲ੍ਹੇ 'ਚ ਝੋਕੀ ਜਾਓ ਸਾਰਿਆਂ ਨੂੰ। ਰੱਬ ਇੱਕ ਹੀ ਹੈ, ਅਕਾਲ ਪੁਰਖੀ, ਅੱਲਾ ਕਹਿ ਲਓ, ਭਗਵਾਨ ਕਹਿ ਲਓ, ਖੁਦਾ ਕਹਿ ਲਓ, ਕੁਝ ਹੋਰ ਵੀ ਕਹਿ ਲਓ, ਜਿੰਨਾ ਮਰਜ਼ੀ ਹੈ। ਤੇ ਕੇਸਾਂ ਦੇ ਮਤਲਬ ਇੱਥੋਂ ਰਬਤਾ ਕਰਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਤੇ ਕਲਗੀਧਰ ਪਿਤਾ ਨੇ ਅੰਮ੍ਰਿਤ ਛਕਾਇਆ ਤੇ ਕੇਸਾਂ ਵਿੱਚ ਵੀ 5 ਚੋਲੇ ਪਾਏ। ਤੇ ਮਹਾਰਾਜ ਸਾਹਿਬ ਨੇ ਕੇਸਾਂ ਦੀ ਰਹਿਤ ਵੀ 5ਵੇਂ ਦਰਜੇ ਤੇ ਦਿੱਤੀ ਹੈ। ਤੇ ਨਾਲ ਕੇਸਾਂ ਦੀ ਸੰਭਾਲ ਲਈ ਕੇਸ ਕੀ ਆਦਿ, ਜਿਵੇਂ ਖੰਡ ਕੀਰਤਨੀ ਬਰਾਦਰੀ ਵਾਲੇ ਵੀਰ, ਸਾਡਾ ਇੱਕ ਹਿੱਸਾ ਹੈ ਸਿੱਖਾਂ ਦਾ, ਉਹ ਕੇਸਕੀ ਨੂੰ ਕਕਾਰ ਮਾਣ ਦਿੰਦੇ ਹੈ, ਪਰ ਲਿਖਿਆ ਕੇਸਾਂ ਵਾਸਤੇ ਹੀ ਹੈ। ਤੇ ਜੇ ਦੇ ਵੀ ਲਓ ਤੇ ਮਾੜੀ ਗੱਲ ਨਹੀਂ। ਜਿਹੜੇ ਫਰਲੇ ਵਾਲੇ ਨਿਹੰਗ ਸਿੰਘ ਨੇ, ਉਹ ਫਰਲੇ ਵਾਲੀ ਕੇਸਕੀ ਨੂੰ ਕਕਾਰ ਦੀ ਤਰ੍ਹਾਂ ਹੀ ਮਾਣ ਦਿੰਦੇ ਹੈ। ਇਸ਼ਨਾਨ ਕਰਨ ਲੱਗੇ ਲੱਕ ਨੂੰ ਬੰਨ੍ਹ ਲੈਂਦੀ ਹੈ, ਫਿਰ ਸਿਰ 'ਤੇ ਬੰਨ੍ਹ ਲੈਂਦੀ ਹੈ, ਕਿਸੇ ਵੇਲੇ ਵਿਸਾਰਦੇ ਨਹੀਂ। ਜੇ ਕਛਹਿਰਾ ਕੱਪੜੇ ਦਾ ਕਕਾਰ ਵਿੱਚ ਆ ਸਕਦਾ ਤੇ ਕੇਸ ਵੀ ਆ ਸਕਦੀ ਹੈ ਕੇਸਕੀ, ਪਰ ਬਿਨਾਂ ਕੇਸਾਂ ਤੋਂ ਉਹਦਾ ਕੋਈ ਮੁੱਲ ਨਹੀਂ। ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਬੜੀ ਮਹਾਨਤਾ ਦਿੱਤੀ। ਇੱਕ ਸਿੱਖ ਨੇ ਕੇਸੀ ਇਸ਼ਨਾਨ ਕਰਨਾ ਤੇ ਦਹੀਂ ਰੱਖਿਆ ਤੇ ਕਾਂ ਨੇ ਚੁੰਝ ਮਾਰਤੀ। ਮਹਾਰਾਜ ਸਾਹਿਬ ਨੂੰ ਪੁੱਛਿਆ, ਕਹਿੰਦੇ ਤਾਂ ਮਾਰੀ ਹੈ, ਇਸ ਦਹੀਂ ਨੂੰ ਕਿਸੇ ਤੰਬਾਕੂ ਪੀਣ ਵਾਲੇ, ਹੁੱਕਾ ਪੀਣ ਵਾਲੇ ਦਾ ਹੱਥ ਲੱਗਾ ਸੀ ਤੇ ਬਚਾਅ ਕਰ ਦਿੱਤਾ। ਇਸ ਪ੍ਰਕਾਰ ਸਮਝਾਇਆ ਸੀ ਮਹਾਰਾਜ ਸਾਹਿਬ ਜੀ ਨੇ। ਆਉਣ ਵਾਲੇ ਸਮੇਂ 'ਚ ਬੱਜਰ ਕਰਾਇਆ, ਜਿਹੜਾ ਕੇਸ ਮੁੰਨ ਦਵੇ ਸਿੱਖੀ ਵੱਲੋਂ ਉਹਦੀ ਜੜ ਸੁੱਕੀ, ਉਹ ਮਰ ਗਿਆ, ਜਿਉਂਦਾ ਨਹੀਂ। ਇਹ ਤਨਖਾਹਨਾਮੇ 'ਚ ਲਿਖਿਆ, ਵਿਸਥਾਰ ਨਾ ਕਰਾਂ। ਤੇ ਫਿਰ ਆਖਰੀ ਹਜ਼ੂਰ ਨੇ ਇਹ ਕਹਿ ਦਿੱਤਾ, ਜਿਹੜੇ ਰੋਡੇ ਨੇ ਤੇ ਮੋਨੇ ਨੇ, ਉਹਨਾਂ ਨਾਲ ਆਪਣੀਆਂ ਬੱਚੀਆਂ ਦਾ ਰਿਸ਼ਤਾ ਨਹੀਂ ਕਰਨਾ ਤੇ ਨਾ ਉਹਨਾਂ ਦਾ ਲੈਣਾ। ਕਿੱਥੋਂ ਤੱਕ ਕੇਸਾਂ ਦੀ ਮਹਾਨਤਾ ਹੈ ਤੇ ਕਿੰਨਾ ਕੁਛ ਜਣਾਇਆ ਹੈ। ਜੇ ਪੜ੍ਹਾ ਸੁਣਾ ਵਿਚਾਰਾਂਗੇ ਤੇ ਪ੍ਰਾਪਤੀ ਹੋਵੇਗੀ। ਤੇ ਸਿਰ ਮੂੰਹ ਮੁੰਨ ਕੇ ਤੇ ਦਾੜੀਆਂ ਮੁੰਨ ਕੇ ਜਾਂ ਰੰਗ ਲਾ ਕੇ ਕਰਫ ਲਾ ਕੇ ਕਹਾਈਏ ਗੁਰੂ ਕੇ ਸਿੱਖ, ਫਿਰ ਪ੍ਰਾਪਤੀ ਨਹੀਂ ਕਦੇ ਵੀ ਹੁੰਦੀ। ਤਾਂ ਸਤਿਗੁਰੂ ਕਿਰਪਾ ਕਰਕੇ ਸੇਵਾ ਲੈ ਲੈਣ। ਪੰਗਤੀਆਂ ਇਸ ਤਰ੍ਹਾਂ ਨੇ, ਹੁੱਕਾ ਹਜਾਮਤ ਹਲਾਲੋ ਹਰਾਮ। ਹੁੱਕੇ ਤੋਂ ਭਾਵ ਤੰਬਾਕੂ ਪੀਣਾ, ਤੇ ਕਈ ਟੋਪੀ ਨਾਲ ਪੀਂਦੇ ਆ, ਤੇ ਕਈ ਹੋਰ ਸਿਗਰਟਾਂ ਰੂਪ 'ਚ ਪੀਂਦੇ ਆ, ਤੇ ਕੋਈ ਜਰਦੇ ਰੂਪ 'ਚ ਨਾਸਕਾਂ 'ਚ ਲੈਂਦੇ ਆ, ਕੋਈ ਖਾਂਦੇ ਆ, ਕੋਈ ਕਈ ਤਰ੍ਹਾਂ ਇਹਦੀਆਂ ਕਿਸਮਾਂ ਨੇ। ਇਹ ਕੋਈ ਵੀ ਨਹੀਂ ਆਪਾਂ ਨੂੰ ਵਰਤਣੀ ਚਾਹੀਦੀ। ਹੁੱਕਾ ਆਦਿਕ ਨਹੀਂ ਪੀਣਾ। ਤੇ ਹਲਾਲੋ ਤੋਂ ਭਾਵ ਹਲਾਲ ਪੁੱਠਾ ਕਲਮਾ ਪੜ੍ਹ ਕੇ, ਇਹ ਲਿਲਾ ਲਾ ਇਲਾ ਬਿਸਮਿਲ੍ਲਾ ਮੁਹੰਮਦ ਰਸੂਲ ਅੱਲਾ, ਤੇ 2.5 ਫੇਰੀਆਂ ਸੁਰੀਆਂ ਪ੍ਰਸ਼ਾਹ ਰੱਖ ਤੇ ਫੇਰ ਕੇ ਫਿਰ ਉਹਨੂੰ ਕੱਟਦੇ, ਇਹਨੂੰ ਹਲਾਲ ਕਹਿੰਦੇ ਹੈ। ਹਲਾਲ ਤਾਂ ਖਾਣਾ ਨਹੀਂ, ਮੌਤ ਭਾਵੇਂ ਹੋ ਜਾਵੇ। ਤੇ ਜੇ ਬੜੀ ਲੋੜ ਪੈ ਗਈ ਵੀ ਦੁਨੀਆ ਦੀ ਕੋਈ ਵਸਤੂ ਖਾਣ ਨੂੰ ਨਹੀਂ ਮਿਲਦੀ, ਰੁੱਖਾਂ ਦੇ ਪੱਤਰੇ ਵੀ ਨਹੀਂ ਮਿਲਦੇ, ਛਿੱਲਾਂ ਵੀ ਨਹੀਂ ਮਿਲਦੀਆਂ, ਕੋਈ ਅਨਾਜ ਆਦਿ ਨਹੀਂ ਮਿਲਦਾ, ਕਿਉਂਕਿ ਸਾਰੀ ਸ੍ਰਿਸ਼ਟੀ ਹਜ਼ੂਰ ਨੇ ਸੋ ਰਜੋ ਗੁਣੀ ਤੇ ਤਮੋ ਗੁਣੀ ਤੇ ਸਤੋ ਗੁਣੀ ਬਣਾਈ ਹੈ। ਤੇ ਚੌਥੀ ਹੈ ਤੁਰੀ ਅਵਸਥਾ, ਪੁਗੀ ਆਤਮਾ ਮਹਾਤਮਾ ਦੀ। ਜਿਹੜੇ ਸਤੋ ਗੁਣੀ ਹੈ ਤੇ ਮਰ ਭਾਵੇਂ ਜਾਣ, ਮਾਸ ਨਹੀਂ ਖਾਣਗੇ, ਨਾ ਕਿਸੇ ਨੂੰ ਦੁੱਖ ਹੀ ਦੇਣਗੇ, ਭਲਾ ਹੀ ਕਰਨਗੇ। ਤੇ ਜਿਹੜੇ ਰਜੋ ਗੁਣੀ ਆ, ਉਹ 4 ਸਵੇਰੇ ਵਗ ਜਾਂਦੇ ਆ, ਮਰਜ਼ੀ ਉਹਨਾਂ ਦੀ, ਖਾਈ ਜਾਣ। ਜਿਹਨੂੰ ਖਾਧਾ ਜਾਂਦਾ ਹੈ, ਘਰ ਖਾਣ ਦਾ ਹੱਕ ਤਾਂ ਆ ਜੇ ਸਿਰ 'ਤੇ ਦੁਸ਼ਮਣ ਖੜਾ ਹੈ ਤੇ ਕੁਰਬਾਨੀ ਦੇਣ ਲਈ ਸੀਸ ਤਲੀ 'ਤੇ ਰੱਖਿਆ ਹੋਇਆ ਹੈ। ਇਸ ਪ੍ਰਕਾਰ ਉਹਨਾਂ ਨੂੰ ਹੱਕ ਹੋ ਸਕਦਾ ਹੈ ਜਦੋਂ ਕੁਛ ਨਹੀਂ ਖਾਣ ਨੂੰ ਮਿਲਦਾ। ਮਾਮੂਲੀ ਗੱਲ ਨੂੰ ਬਹੁਤਾ ਵਧਾ ਲੈਣਾ ਇਹ ਯੋਗ ਨਹੀਂ। ਤੇ ਜ਼ੋਰ ਲਾ ਲਾ ਕੇ ਕਈ ਕੁਛ ਦੱਸੀ ਜਾਂਦੇ ਨੇ, ਐਵੇਂ ਨਹੀਂ ਕਰਨਾ ਚਾਹੀਦਾ। ਹਲਾਲ ਨਹੀਂ ਖਾਣਾ ਤੇ ਕੋਈ ਵੀ ਮਾਸ ਨਹੀਂ ਖਾਣਾ ਜਿੰਨਾ ਚਿਰ ਹੋਰ ਪਦਾਰਥ ਖਾਣ ਨੂੰ ਹਨ। ਹੁੱਕਾ ਹਲਾਲੋ ਹਜਾਮ ਤੋਂ ਭਾਵ ਸਿਰ ਮੂੰਹ ਮੁੰਨਣਾ, ਧੌਲੇ ਚਗਾਉਣੇ, ਰੰਗ ਲਾਉਣਾ,
ਇਹ ਜੋਗ ਨਹੀਂ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈਏ ਬਿੜੇ ਪਾਣੋ ਹਰ ਜਾਊ ਉਹਨੇ ਜ਼ਰੂਰ ਆਏ ਜਾਣਾ ਭਾਣੇ ਵਿੱਚ ਰਹਿਣਾ ਚਾਹੀਦਾ। ਹਰਾਮ ਨਾਮ ਹੈ ਪਰ ਇਸਤਰੀ ਗਾਮੀ। ਸਿੰਘਾਂ ਨੇ ਮਰਦਾਂ ਨੇ ਹੋਣਾ ਤੇ ਸਾਡੀਆਂ ਬੱਚੀਆਂ ਭੈਣਾਂ ਨੇ ਪਰ ਪੁਰਸ਼ ਵਿਕਾਰ ਭੋਗਣੇ ਉਹ ਨਰਕਾਂ ਤੋਂ ਨਹੀਂ ਕਦੇ ਬਚ ਸਕਦੇ। ਇਹ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣਾ ਚਤ ਹਰਨੰ ਤਰੈ ਲੋਕ ਗਮੰ ਗਮੰ ਪਹੁੰਚ ਤਿੰਨਾਂ ਲੋਕਾਂ ਤੱਕ। ਚਿਤ ਹਰਨੰ ਤਰੈ ਲੋਕ ਗਮੰ ਜਪ ਤਪ ਸੀਲ ਵਿਧਾਰਨੇ ਜਪ ਤਪ ਸੀਲ ਸੁਭਾਅ ਸਭ ਨਾਸ਼ ਕਰ ਦਿੰਦਾ ਹੈ ਕਾਮ ਵਿਕਾਰ। ਨਰਕਾਂ ਤੋਂ ਕਦੇ ਨਹੀਂ ਬਚਿਆ ਜਾ ਸਕਦਾ। ਇਸ ਪ੍ਰਕਾਰ ਇਹ ਵਿਕਾਰਾਂ 'ਚ ਲਿਆਂਦਾ ਹੈ। ਸੋ ਇਸ ਪ੍ਰਕਾਰ ਹੁੱਕਾ ਤੰਬਾਕੂ ਨਹੀਂ, ਹਜਾਮਤ ਨਹੀਂ ਕਰਾਉਣੀ ਤੇ ਹਲਾਲ ਹੱਕ ਨੂੰ ਵੀ ਕਹਿੰਦੇ ਹੱਕ ਦਾ ਖਾਣਾ ਤੇ ਹਲਾਲ ਨਹੀਂ ਖਾਣਾ। ਤੇ ਪਰ ਇਸਤਰੀ ਇਸ ਪ੍ਰਕਾਰ ਗਾਮੀ ਨਹੀਂ ਹੋਣਾ। ਧੂਮਰਪਾਨ ਵਿਪਰ ਕੋ ਦੇਹ ਦਾਨ ਜੇ ਕੋਏ ਦਾਤਾ ਨਰਕੇ ਬਾਸ ਲੈ ਵਿਪਰ ਸੂਕਰਪੁਰ ਹੋਏ। ਧੂਮਰਪਾਨੀਏ ਤੰਬਾਕੂ ਪੀਣ ਵਾਲੇ ਨੂੰ ਵਿਪਰ ਭਾਵੇਂ ਬ੍ਰਾਹਮਣ ਕਿਉਂ ਨਾ ਹੋਵੇ ਆਪਣੇ ਆਪ ਨੂੰ ਵੱਡੀ ਜਾਤ ਕਹਾਉਂਦੇ ਨੇ ਤੇ ਉਹ ਨਰਕਾਂ ਤੋਂ ਨਹੀਂ ਬਚੂ। ਉਹਨੂੰ ਦਾਨ ਦੇਣ ਵਾਲਾ ਦਾਤਾ ਵੀ ਨਰਕਾਂ ਨੂੰ ਜਾਊ। ਧੂਮਰਪਾਨੀਏ ਵਿਪਰ ਕੋ ਬ੍ਰਾਹਮਣ ਕੋ ਜਾਂ ਕੋਈ ਵੀ ਕਿਸੇ ਮਤ ਦਾ ਕਿਉਂ ਨਾ ਹੋਵੇ। ਇਸ ਆਦਿਕ ਪੰਕਤੀਆਂ ਸੁਣ ਗੁਰ ਸਿੱਖੀ ਰਹਿਤ ਹੈ ਤਜੇ ਤੰਬਾਕੂ ਸੰਗ ਮਰਨੀ ਮਰੇ ਤੋਂ ਅਤ ਭਲਾ ਜਗਤ ਝੂਠ ਨਾ ਹੈ ਅੰਗ। ਕੋਈ ਵੀ ਅੰਗ ਪੈਰ ਤੱਕ ਵੀ ਇਹ ਨਹੀਂ ਛੋਹਣਾ ਇਸ ਬੂਟੀ ਦੇ ਤਾਈਂ ਮੌਤ ਭਾਵੇਂ ਆ ਜਾਵੇ। ਤਨਕ ਤੰਬਾਕੂ ਸੇਵੀਏ ਦੇਵ ਪਿੱਤਰ ਤਜ ਜਾਏ ਪਾਣੀ ਤਾਕੇ ਹਾਥ ਕਾ ਮਧਰਾ ਸਮ ਅਗਦਾਏ। ਤਨਕ ਨਾਮ ਹੈ ਥੋੜ੍ਹਾ ਜਿਹਾ ਕੋਈ ਸੇਵਨ ਕਰ ਲਵੇ ਤੇ ਤੰਬਾਕੂ ਪੀਣ ਵਾਲਾ ਜਿਸ ਪਾਣੀ ਨੂੰ ਹੱਥ ਲਾਵੇ ਉਹ ਸ਼ਰਾਬ ਦੇ ਬਰਾਬਰ ਹੈ। ਤੇ ਸ਼ਰਾਬ ਨੂੰ ਕਹਿੰਦੇ ਆ ਸ਼ਰਾਰਤ ਦਾ ਆਪ ਪਾਣੀ। ਏਕਾ ਮਦੀ ਦੂਜੇ ਤਰਨ ਤੀਜੇ ਧਨ ਹੋਏ ਧਾਮ ਪਾਪ ਕਰਮ ਬਿਨੁ ਕਿਉਂ ਬਚੇ ਬਚੇ ਬਚਾਵੇ ਰਾਮ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੈ ਮਹਾਰਾਜ ਸਾਹਿਬ ਜੀ ਦੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਸਿੱਖਿਆ ਦਿੱਤੀ ਹੈ ਬਾਣੀ ਵਿੱਚ। ਸੋ ਇਸ ਪ੍ਰਕਾਰ ਮਧਰਾ ਦਹਿਤਾ ਆਪ ਆਦ ਪੰਕਤੀਆਂ ਨੇ। ਸੋ ਸ਼ਰਾਬ ਆਦਿ ਨਹੀਂ ਕਦੇ ਪੀਣੀ। ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸੋਂ ਤੱਕੇ ਖਾਏ ਜਿਤ ਪੀਤੇ ਖਸਮ ਵਿਸਰੇ ਦਰਗਾਹ ਹੈ ਮਿਲੇ ਸਜਾਏ। ਗੁਰੂ ਕੇ ਬਚਨ ਮੋਗ ਬਚਨ ਨੇ ਅਟਲ ਬਚਨ ਨੇ ਵਿਅਰਥ ਨਹੀਂ ਕਦੇ ਜਾਣੇ ਬਚਣਾ ਕਰੋ ਇਹਨਾਂ ਤੋਂ। ਇਸ ਪ੍ਰਕਾਰ ਮਧਰਾ ਦਹਿਤਾ ਸ਼ਬਦ ਕੋਲ ਭੰਗ ਦਹੇ ਤਨ ਏਕ ਜਗਤ ਝੂਠ ਸਤ ਕੋਲਾਂ ਦਹੇ ਨਿੰਦਾ ਦਹੇ ਅਨੇਕ। ਮਧਰਾ ਸ਼ਰਾਬ 7 ਜਨਮ 7 ਕੋਲਾਂ ਆਉਣ ਵਾਲੇ ਸਮੇਂ ਦੀਆਂ ਪਿੱਛੇ ਪਾ ਦਿੰਦਾ ਹੈ। ਤੇ ਭੰਗ ਨਸ਼ਾ ਹੈ ਪਰ ਚੰਗਾ ਨਹੀਂ। ਸਰੀਰ ਸਿਥੜ ਬਣਾ ਦੂ ਕਮਜ਼ੋਰ ਬਣਾ ਦੂ ਦਲਿਦਰੀ ਬਣਾ ਦੂ। ਪੀ ਕੇ ਮੂੰਹ ਅੱਡ ਕੇ ਪਿਆਰ ਵੀ ਮੁਰਦਿਆਂ ਸਮਾਨ ਮੱਖੀਆਂ ਵੜ ਵੜ ਨਿਕਲੀ ਜਾਣਗੀਆਂ। ਪੀਣ ਵਾਲਿਆਂ ਤੇ ਸੁੱਖ ਨਿਧਾਨ ਕਹਿਣਾ ਵੀ ਸੁੱਖਾਂ ਦਾ ਖਜ਼ਾਨਾ ਹੈ। ਮਰਜ਼ੀ ਉਹਨਾਂ ਦੀ ਨਸ਼ਾ ਕੋਈ ਵੀ ਨਹੀਂ ਵਰਤਣਾ ਚਾਹੀਦਾ। ਮਧਰਾ ਦਹਿਤਾ ਸ਼ਬਦ ਕੋਲ ਭੰਗ ਦਹੇ ਤਨ ਏਕ ਜਗਤ ਝੂਠ ਨਾਮ ਤੰਬਾਕੂ ਦਾ ਹੈ। 7 ਕੋਲਾਂ 7 ਦਾ ਅਰਥ 100 ਹਿੰਦੀ ਵਾਲੇ ਕਰਦੇ ਨੇ। 100 ਕੋਲ 100 ਜਨਮ ਇਹ ਪਿੱਛੇ ਸੁੱਟ ਦਊ। ਹੁਣ ਸਾਨੂੰ ਕੀ ਲੋੜ ਪੈ ਗਈ ਪ੍ਰਚਾਰਕਾਂ ਨੂੰ ਕਹਿਣ ਦੀ ਤੁਹਾਨੂੰ ਆਪਣੇ ਸਮਝ ਕੇ ਇੰਨਾ ਨੁਕਸਾਨ ਤੰਬਾਕੂ ਕਰਦਾ ਹੈ। ਨਾ ਪੀਣਾ ਨਾ ਕਿਸੇ ਨੂੰ ਪੀਣ ਦੇਣਾ ਹੈ ਤੇ ਨਾ ਤੰਬਾਕੂ ਵਾਲਿਆਂ ਦਾ ਨਾਲ ਕੋਈ ਛਕਣਾ ਉਹਨਾਂ ਦੇ ਹੱਥਾਂ ਦਾ ਵਰਤਣਾ ਹੈ ਬਚਾ ਕੇ ਰੱਖਣਾ ਹੈ। ਜਗਤ ਜੂਰ 7 ਕੋਲਾਂ ਦੇ ਨਿੰਦਾ ਦੇ ਹੀ ਅਨੇਕ। ਨਿੰਦਾ ਦੀ ਤੇ ਗਿਣਤੀ ਨਹੀਂ ਭਲਾ ਕਿੰਨਾ ਕੁ ਨੁਕਸਾਨ ਕਰਦੀ ਹੈ। ਬਾਕੀ ਤੇ ਗਿਣਤੀ ਹੋ ਸਕਦੀ ਹੈ। ਜੇ ਉਹ 68 ਤੀਰਥ ਨਹਾਵੇ ਜੋ ਦੁਆ 10 12 ਹੋਈਆਂ ਸੜਾ ਪਜਾਵੇ ਕਰੇ ਨਿੰਦ ਸਭ ਬਿਰਥਾ ਜਾਵੇ। ਸਾਧਕ ਨਿੰਦ ਕੈਸੇ ਤਰੇ ਸਰਪਰ ਜਾਨੋ ਨਰਕ ਹੀ ਪਰੇ। ਨਿੰਦੋ ਮੋਕੋ ਲੋਕ ਨਿੰਦੋ। ਲੰਬੀ ਚੌੜੀ ਵਿਚਾਰ ਵਿੱਚ ਮੈਂ ਨਾ ਪਾਵਾਂ ਬੜਾ ਕੁਛ ਨਿੰਦਿਆ ਦੇ ਮਤਲਕ ਲਿਖਿਆ ਹੋਇਆ ਹੈ। ਅਗਨ ਕੀ ਪਰਤ ਪਰਾਨੇ ਘਾਸ ਫੂਸ ਨੂੰ ਇੱਕ ਚੰਗਿਆੜੀ ਅਗਨੀ ਦੀ ਸਾੜ ਕੇ ਸਵਾਹ ਕਰ ਦਿੰਦੀ ਹੈ। ਤੇ ਥੋੜ੍ਹਾ ਜਿਹਾ ਪੀਤਾ ਹੋਇਆ ਜਪ ਤਪ ਸਾਰੇ ਸੰਜਮ ਨਿਰਜਮ ਰੱਖੇ ਉਹਦੇ ਮਿੱਟੀ ਚ ਮਿਲਾ ਦਿੰਦਾ ਹੈ ਤੰਬਾਕੂ। ਇਸ ਪ੍ਰਕਾਰ ਤਜੇ ਤੰਬਾਕੂ ਪੁਰਖ ਕਰ ਉਧਰਿਆ ਦਰ ਪ੍ਰਵਾਨ ਪੂਰੀ ਭਈ ਤਿਸ ਭਾਵਨੀ ਤੇ ਸਫਲ ਕਮਾਈ ਜਾਣ। ਹਿੰਦੂ ਹਲਕਾ ਮੁਕਤਾ ਤਜੇ ਤੰਬਾਕੂ ਸੰਗ। ਕੋਈ ਵੀ ਕਿਰਤ ਕਰੋ ਮੁਕਤ ਕਰ ਦਿਆਂਗੇ ਪਰ ਤੰਬਾਕੂ ਦੇ ਨੇੜ ਨਾ ਜਾਇਓ। ਜਿਹਦਾ ਨਾਂ ਲੈਣ ਤੋਂ ਵੀ ਪਾਪ ਲੱਗਦਾ ਹੈ। ਸ਼ਾਇਦ ਕੱਲ੍ਹ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਕਾਮ ਤਿਨ ਗਊ ਤੁਲ ਵਾਹਿਮਾਨ ਹੋ ਕੇ ਜਮ ਦਗਨੀ ਨੇ
ਉਹ ਗਊ ਸਵਰਗਾਂ ਨੂੰ ਉਡਾ ਦਿੱਤੀ ਸੀ ਤੇ ਸੰਸਰਵਾਹੂ ਨੇ ਤੀਰ ਮਾਰੇ ਸੀ ਤੇ ਖੂਨ ਡਿੱਗਾ ਤੇ ਤੰਬਾਕੂ ਉੱਗਿਆ। ਸਾਰੇ ਹਿੰਦੂ ਵੀਰ ਸੁਣ ਲੈਣ ਗਊ ਦੇ ਰੱਖਿਆ ਕਰਨ ਵਾਲੇ। ਹੋਰ ਵੀ ਪ੍ਰਮਾਣ ਮਿਲਦੇ ਹੈ। ਦੁਆਪਰ ਦੇ ਅੰਤ ਵਿੱਚ ਤੇ ਕਲਯੁਗ ਦੇ ਆਰੰਭ ਵਿੱਚ ਕਿਸੇ ਨੇ ਗਊ ਮੇਧ ਜਗ ਕੀਤਾ ਮੰਤਰਾਂ ਦੇ ਬਲ ਦੁਆਰਾ, ਪਰ ਉਹ ਜਿਉਂਦੀ ਨਾ ਹੋ ਸਕੀ। ਉੱਥੇ ਤੰਬਾਕੂ ਉੱਗਿਆ। ਅਜਮੇਰ ਰਾਜਾ ਉੱਥੋਂ ਲਿਆ ਕੇ ਉਹਨੂੰ ਲੋਕਾਂ ਨੂੰ ਕਮਜ਼ੋਰ ਕਰਨ ਵਾਸਤੇ, ਮਤਹੀਣ ਕਰਨ ਵਾਸਤੇ ਲਿਆਂਦਾ ਤੇ ਲਿਆ ਕੇ ਪ੍ਰਚਲਿਤ ਕੀਤਾ। ਇਸੇ ਪ੍ਰਕਾਰ ਪਾਰਬਤੀ ਤੇ ਸ਼ਿਵ ਜੀ ਦੋਨੋਂ ਹੀ ਤੁਰੇ ਜਾਂਦੇ ਹੈ। ਤੇ ਕਲਯੁਗ ਨੇ ਛਲ ਕੀਤਾ, ਵੱਛੀ ਦਾ ਰੂਪ ਧਾਰਿਆ ਤੇ ਚਿੱਕੜ 'ਚ ਖੁੱਭਿਆ ਹੋਇਆ ਹੈ। ਉਸ ਮੌਕਾ ਪਾਰਬਤੀ ਨੂੰ ਤਰਸ ਆ ਗਿਆ। ਕਹਿੰਦੀ ਜੀ ਇਹਨੂੰ ਚਿੱਕੜ ਤੋਂ ਕੱਢ ਦਈਏ। ਕਹਿੰਦੇ ਤੁਰੀ ਆ, ਚਲੀ ਆ, ਚੁੱਪ ਕਰਕੇ ਛਾਲਿਆ। ਨਹੀਂ ਜੀ ਜ਼ਰੂਰ ਕੱਢੀਏ। ਚੱਲ ਫਿਰ ਫੜ ਇਹਦੀ ਪੂਛ ਤੇ ਮੈਂ ਫੜਦਾ ਕੰਨਾਂ ਤੋਂ ਤੇ ਖਿੱਚ ਕੇ ਕੱਢ ਦਿੰਦੇ ਆ। ਜਦੋਂ ਖਿੱਚਣ ਲੱਗੇ ਤੇ ਕੰਨ ਵੀ ਪੁੱਟੇ ਗਏ, ਸ਼ਿਵਾ ਦੇ ਹੱਥ 'ਚ ਆ ਗਏ ਤੇ ਪੂਛ ਵੀ ਪੁੱਟੀ ਗਈ, ਉਹ ਪਾਰਬਤੀ ਦੇ ਹੱਥ 'ਚ ਆ ਗਈ। ਕਹਿੰਦੀ ਅੱਗੇ ਨਾਲੋਂ ਵੀ ਪਾਪ ਵੱਧ ਹੋ ਗਿਆ ਤੇ ਮਾੜਾ ਹੋ ਗਿਆ, ਹੁਣ ਕੀ ਕਰੀਏ। ਉਸ ਪੂਛ ਨੂੰ ਚਿੱਕੜ 'ਚ ਗੱਡ ਕੇ ਉੱਪਰ ਕੰਨ ਲਾਤੇ ਤੇ ਤੰਬਾਕੂ ਦੇ ਪੱਤੇ ਗਊ ਦੇ ਕੰਨਾਂ ਵਰਗੇ ਹੁੰਦੇ ਆ, ਵੇਖ ਲਿਓ। ਡਾਣੀ ਗਊ ਦੀ ਪੂਛ ਵਰਗੀ ਹੁੰਦੀ ਹੈ। ਇਸ ਪ੍ਰਕਾਰ ਕਹਿੰਦੇ ਜਿਹੜਾ ਇਸ ਬੂਟੀ ਨੂੰ ਪਿਓ ਉਹਦੇ ਸਾਰੇ ਧਰਮ ਨਾਸ ਹੋ ਜਾਣਗੇ, ਪੁੰਨ ਨਾਸ ਹੋ ਜਾਣਗੇ, ਨਰਕਗਾਮੀ 84 ਭੋਗਣ ਵਾਲਾ ਬਣ ਜਾਊ। ਇਹ ਸਾਰੀਆਂ ਵਿਚਾਰਾਂ ਪੀਣ ਵਾਲਿਆਂ ਤੱਕ ਪਹੁੰਚਦੀਆਂ ਨਹੀਂ। ਵਿਚਾਰਿਆਂ ਦਾ ਕਸੂਰ ਵੀ ਕੋਈ ਨਹੀਂ। ਉਹਨਾਂ ਇਹ ਸੁਣਨੀਆਂ ਵੀ ਨਹੀਂ, ਉਹਨਾਂ ਇਹ ਪੜ੍ਹਨੀਆਂ ਵੀ ਨਹੀਂ। ਅਸਰ ਕਿਵੇਂ ਹੋਵੇਗਾ। ਇਸ ਪ੍ਰਕਾਰ ਗੁਰਮੁਖੋ ਕਲਗੀਧਰ ਪਿਤਾ ਸੋ ਹਨੇਰਾ ਜਿਹਾ ਸੀ ਤੇ ਘੋੜੇ ਦੇ ਚੜ੍ਹੇ ਸਨ ਤੇ ਅੱਗੇ ਖੇਤ ਵਿੱਚ ਤੰਬਾਕੂ ਵੱਢਿਆ ਹੋਇਆ ਸੀ। ਉਹ ਧਰਤੀ ਭਿੱਟੀ ਹੋਈ ਸੀ। ਘੋੜੇ ਲੰਘਣ ਤੋਂ ਨਾ ਕਰ ਦਿੱਤੀ। ਪਤਾ ਕੀਤਾ, ਕਹਿੰਦੇ ਤੰਬਾਕੂ ਵੱਢਿਆ ਹੈ। ਫਿਰ ਇੱਕ ਊਠ ਜਾਨਵਰ ਤੇ ਇੱਕ ਬੱਕਰੀ ਜਾਨਵਰ ਕੋਈ ਵਸਤੂ ਦੁਨੀਆ ਦੀਆਂ ਨਹੀਂ ਛੱਡਦੀਆਂ, ਖਾ ਜਾਂਦੀਆਂ। ਸਿਆਣਿਆਂ ਦਾ ਕਥਨ ਹੈ ਬੱਕਰੀ ਊਠ ਨੂੰ 100 ਅੱਕ ਦੀ ਤੇ ਬੱਕਰੀ ਨੂੰ 100 ਸੱਪ ਦੀ, ਕੁਛ ਨਹੀਂ ਛੱਡਦੀ। ਪਰ ਤੰਬਾਕੂ ਜਿੱਥੇ ਮਰਜ਼ੀ ਬੀਜ ਲਓ, ਕੋਈ ਦੁਨੀਆ ਦਾ ਜਾਨਵਰ ਇਹਨੂੰ ਮੂੰਹ ਨਹੀਂ ਲਾਉਂਦਾ। ਕੇਵਲ ਬੰਦਿਆਂ ਲਈ ਹੈ। ਦਿਮਾਗ ਤੋਂ ਖੁਸ਼ਕ ਦਿਮਾਗ ਵਾਲੇ ਵਿਗੜਿਆ ਹੋਇਆਂ ਵਾਸਤੇ ਹੈ। ਇਸ ਕਰਕੇ ਸਾਵਧਾਨ ਹੋਣਾ ਬੜਾ ਭਾਰੀ ਜ਼ਰੂਰੀ ਹੈ। ਇੱਕ ਰਾਜਾ ਅਜਮੇਰ ਹੋਇਆ, ਉਹਦੀ ਪੁੱਤਰੀ ਜਵਾਨ ਸੀ, ਬ੍ਰਾਹਮਣ ਮੱਤ ਦਾ। ਸੋ ਇੱਕ ਸਾਧੂ ਸੀ ਬੰਦਗੀ ਵਾਲਾ, ਉਹਦੇ 'ਤੇ ਮੋਹਤ ਹੋ ਗਈ। ਆਪਣੀ ਮਾਂ ਨੂੰ ਦੱਸਿਆ, ਉਹਨੇ ਆਪਣੇ ਪਤੀ ਨੂੰ ਦੱਸਿਆ। ਕਹਿੰਦੇ ਵਿਆਹ ਦਿੰਦੇ ਆ, ਜ਼ਬਰਦਸਤੀ ਧੱਕੇ ਨਾਲ ਵਿਆਹ ਦਿੰਦੇ ਆ। ਉਹ ਸਾਧੂ ਸੀ, ਕਹਿੰਦਾ ਮੈਂ ਆਪਣਾ ਧਰਮ ਸੋ ਇਸ ਪ੍ਰਕਾਰ ਨਸ਼ਟ ਨਹੀਂ ਕਰਨਾ। ਧੱਕੇ ਨਾਲ ਵਿਆਹ ਤਾਂ ਦਿੱਤੀ, ਪਰ ਮੰਤਰਾਂ ਦੇ ਬਲ ਨਾਲ ਆਪਣੇ ਦਿਵਾਲੇ ਗਾਬੀ ਸ਼ਕਤੀ ਲੋਹੇ ਦਾ ਕੋਟ ਕਰ ਲਿਆ ਕਰੇ। ਉਹ ਨੇੜੇ ਨਾ ਜਾ ਸਕੇ। ਉਹਨੇ ਮੰਤਰੀ ਤੇ ਜੋਤਸ਼ੀ ਵਗੈਰਾ ਇਕੱਠੇ ਕੀਤੇ ਵੀ ਹੁਣ ਕੀ ਕਰੀਏ। ਕਹਿੰਦੇ ਇਹਨੂੰ ਕਿਸ ਤਰ੍ਹਾਂ ਤੰਬਾਕੂ ਪਿਆਓ। ਤੇ ਫਿਰ ਉਹਦੀ ਬਰਾਦਰੀ ਦਾ ਬ੍ਰਾਹਮਣ ਖਰੀਦਿਆ ਲਾਲਚ ਦੇ ਕੇ, ਸੋਨੇ ਦਾ ਹੁੱਕਾ ਬਣਾਇਆ, ਉਸ ਵਿੱਚ ਬੂਟੀ ਤੰਬਾਕੂ ਦੀ ਪਾਈ, ਵਿੱਚ ਗੁੜ ਪਾਇਆ, ਸਭਾ 'ਚ ਬੈਠਿਆਂ ਹੋਰਨਾਂ ਨੂੰ ਪਿਆਇਆ ਤੇ ਫਿਰ ਉਹਨੂੰ ਪਿਆਇਆ। ਉਹਨੇ ਨਾ ਕੀਤੀ। ਕਹਿੰਦਾ ਮੈਂ ਤੇ ਤੇਰੀ ਮੱਤ ਦਾ ਹੀ ਹੈ, ਇੱਕ ਬੂਟੀ ਹੈ ਤੇ ਗੋੜੀ ਹੈ, ਹੋਰ ਇਹਦੇ 'ਚ ਕੀ ਹੈ। ਜਦੋਂ ਪੀਤਾ ਗਿਆ ਤਾਂ ਅਗਲੇ ਦਿਨ ਕੋਈ ਮੰਤਰ ਨੇ ਕੰਮ ਨਾ ਕੀਤਾ, ਧਰਮ ਭ੍ਰਿਸ਼ਟ ਹੋ ਗਿਆ। ਇਹ ਤਾਂ ਆਦਿਕ ਵਿਚਾਰਾਂ ਇੱਕ ਦੋ ਨਹੀਂ, ਬਹੁਤੀਆਂ ਲੰਮੀਆਂ ਚੌੜੀਆਂ ਦਾਸ ਨੂੰ ਥੋੜ੍ਹੀਆਂ ਜਿਹੀਆਂ ਯਾਦ ਵਿੱਚ ਆਈਆਂ ਨੇ। ਇਸ ਕਰਕੇ ਇਸ਼ਾਰਾ ਹੈ ਗੁਰਮੁਖੋ, ਜਿਹੜਾ ਸਿਰ ਤੋਂ ਰੋਮ ਮਨਾਉਣੇ ਹੈ, ਦਾੜੀ ਦੇ ਮਨਾਉਣੇ ਹੈ, ਧੌਲੇ ਜਗਾਉਣੇ ਹੈ। ਧੌਲੇ ਆਉਣੇ ਸ਼ੁਰੂ ਹੁੰਦੇ 1 2 4 ਤੇ ਗੁਰੂ ਕੇ ਸਿੰਘ ਕਹਿੰਦੇ ਹੀਰੇ ਆ ਗਏ ਹੈ। ਇੰਨਾ ਮਾਣ ਦਿੰਦੇ ਧੌਲਿਆਂ ਨੂੰ, ਹੀਰੇ। ਤੇ ਹਲਾਕ ਤੋਂ ਗਿਰੇ ਉਹਨਾਂ ਨੂੰ ਮੋਚਨੇ ਨਾਲ ਚੁਣਨਾ ਸ਼ੁਰੂ ਕਰ ਦਿੰਦੇ ਹੈ। ਜ਼ਿਆਦਾ ਆ ਜੇ ਫਿਰ ਰੰਗਣਾ ਸ਼ੁਰੂ ਕਰ ਦਿੰਦੇ ਹੈ, ਮੂੰਹ ਕਾਲਾ ਕਰਨ ਲੱਗ ਜਾਂਦੇ ਹੈ। ਇਹ ਠੀਕ ਨਹੀਂ। ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈਏ, ਕਿ ਵਡੇਪਾ ਜਰ ਵਡੇਪਾ ਆਉਣੋਂ ਹਟ ਜਾਊ, ਉਹਨੇ ਤਾਂ ਆ ਹੀ ਜਾਣਾ ਹੈ। ਕਾਲੀਦਾਸ ਇੱਕ ਕਵੀ ਹੋਇਆ ਹੈ ਤੇ ਬੁੱਲਾ ਫਕੀਰ ਮਹਾਤਮਾ ਹੋਇਆ ਹੈ। ਕਵਿਤਾ ਦੋਵੇਂ ਰਚਿਆ ਕਰਦੇ ਸੀ। ਮਿੱਤਰਾਂ ਦੇ ਮਿੱਤਰ, ਸ਼ਰਾਬੀਆਂ ਦੇ ਸ਼ਰਾਬੀ, ਚੋਰਾਂ ਦੇ ਚੋਰ, ਸਾਧੂਆਂ ਦੇ ਸਾਧੂ, ਸਤਸੰਗੀਆਂ ਦੇ ਸਤਸੰਗੀ। ਇਸ ਪ੍ਰਕਾਰ ਬੁੱਲੇ ਦੇ ਸੇਵਕ ਨੇ ਕਾਲੀਦਾਸ ਨੂੰ ਮਿਲਣ ਜਾਣਾ ਹੈ ਤੇ ਕਹਿੰਦਾ ਆਪਣੇ ਭਰਾ ਨੂੰ ਕੋਈ ਸਿੱਖਿਆ ਦੇਣੀ ਹੈ। ਕਹਿੰਦਾ ਹਾਂ ਦੇਣੀ ਹੈ। ਉਹ ਕਾਲੇ ਚਿੱਟੇ ਵਾਲਾਂ ਨੂੰ ਕਾਲੇ ਕਰਨ ਲੱਗਿਆ ਹੈ। ਕਵੀ ਬੜਾ ਸਿਆਣਾ। ਇਸ ਪ੍ਰਕਾਰ ਉਹਨੂੰ ਆਖੀ ਬੁੱਢੇ ਢੱਗੇ ਨੂੰ ਕਿਉਂ ਕਾਲਾ ਕੀਤਾ ਬੱਗੇ ਨੂੰ। ਧੱਗਾ ਬਲਦ ਨੂੰ ਕਹਿੰਦੇ ਪਸ਼ੂ ਨੂੰ।
ਉਹਨੂੰ ਪਸ਼ੂ ਨੂੰ ਕਹੀਂ ਮੇਰੇ ਵੱਲੋਂ ਕਿ ਚਿੱਟੇ ਨੂੰ ਗਾਲਾ ਕਿਉਂ ਕੀਤਾ, ਇਹ ਰਹਿਣ ਦੇ ਜੋ ਰੱਬ ਨੇ ਬਣਾਇਆ। ਮੁਸਲਮਾਨੀ ਮਤ ਸੀ। ਇਸ ਪ੍ਰਕਾਰ ਗੁਰਮੁਖੋ ਦਾਸ ਦੇ ਨਗਰ ਵੀ ਇੱਕ ਅਮਲੀ ਸੀ, ਪਤਲੇ ਜਿਹੇ ਸਰੀਰ ਦਾ, ਤੇ ਪੁੱਤਰ ਪੋਤਰਿਆਂ ਵਾਲਾ ਸੀ, ਤੇ ਦਾੜੀ ਕਾਲੀ ਕੀਤੀ, ਤੇ ਡੱਬੀ ਜੇਬ ਵਿੱਚ ਤੁਰਿਆ ਆਵੇ। ਤੇ ਕਈ ਬੀਬੀਆਂ ਸੁਲਝੀਆਂ ਬੜੀਆਂ ਸਿਆਣੀਆਂ ਹੁੰਦੀਆਂ, ਦੋ ਬੱਚੀਆਂ ਸੀ, ਕਹਿੰਦੀ ਉਰੇ ਆ ਨਹੀਂ, ਜਾ ਕੇ ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬੇਟਾ, ਭਾਜੀ ਤੁਹਾਡਾ ਅਜੇ ਵਿਆਹ ਨਹੀਂ ਹੋਇਆ? ਉਹ ਕੁੜੀਏ ਮੇਰੇ ਘਰ ਤੇ ਪੋਤਰੇ ਆ, ਤੇ ਮੂੰਹ ਕਾਲਾ ਕਿਉਂ ਕੀਤਾ ਜੀ? ਟਕਾ ਕੇ ਸੱਟ ਮਾਰੀ, ਡੱਬੀ ਡਿੱਗ ਪਈ ਸੜਕ ਵਿੱਚ, ਉਸੇ ਵੇਲੇ ਹੱਥੋਂ ਸੁੱਟ ਦਿੱਤੀ, ਗਾਲਾਂ ਲੈ ਲਈਆਂ ਆਪਣੇ ਆਪ ਨੂੰ ਦੋ ਚਾਰ। ਜਿੰਨੇ ਸੰਗਤ ਕਰਨੀ ਨਹੀਂ, ਗ੍ਰੰਥ ਪੜ੍ਹਨੇ ਨਹੀਂ, ਸੁਣਨਾ ਹੀ ਨਹੀਂ, ਉਹਨਾਂ ਹੋਰ ਕਿੱਧਰ ਨੂੰ ਜਾਣਾ ਹੈ? ਇੱਧਰ ਨੂੰ ਜਾਣਾ ਹੈ। ਕਾਲੇ ਮੂੰਹ ਨਾ ਕਰੋ, ਧੌਲੇ ਨਾ ਚਗਾਓ, ਰੱਬ ਨੂੰ ਮਨਜ਼ੂਰ ਨਹੀਂ। ਜੇ ਪਰਮੇਸ਼ਰ ਨੇ ਜੋ ਬਣਾਇਆ ਉਹਨੂੰ ਬਣੇ ਰਹਿਣ ਦਿਓ। ਬੀਦੇ ਨਾਕ ਨਾ ਕੰਨ ਕੋ ਸਤਿਗੁਰ ਕੀ ਮਰਜ਼ਾ, ਨੱਕ ਨਾ ਮਿੰਨੋ, ਕੰਨ ਨਾ ਮਿੰਨੋ। ਇਹ ਤਾਂ ਆਦਿਕ ਰੋਮਾਂ ਦੀ ਬੇਅਦਬੀ ਹੈ ਬਜਰ ਕਰੈਤ, ਤੇ ਤੰਬਾਕੂ ਨੂੰ ਪੀਣਾ ਹੈ ਬਜਰ ਕਰੈਤ, ਤੇ ਕੁੱਠਾ ਹਲਾਲ ਮਾਸ ਖਾਣਾ ਹੈ ਬਜਰ ਕਰੈਤ, ਤੇ ਕੋਈ ਵੀ ਮਾਸ ਨਹੀਂ ਖਾਣਾ। ਚਾਰ ਸਵੇਰੋਂ ਰੱਬ ਬਚਾ ਕੇ ਰੱਖੇ ਸਾਨੂੰ। ਸੁਲਤਾਨਪੁਰ ਲੋਧੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਛੋਟੀ ਅਵਸਥਾ ਸੀ, ਤੇ ਕਾਜੀ ਨੇ ਕੁੱਕੜੀ ਵਢਾਈ, ਸਿਰੀ ਵੱਢੀ ਗਈ, ਉਹ ਤੜਫੀ, ਖੰਘ ਮਾਰੇ ਜ਼ੋਰ ਨਾਲ, ਤੇ ਉਹਦੇ ਖੂਨ ਦੇ ਛਿੱਟੇ ਕਾਜੀ ਦੇ ਚੋਲੇ ਤੇ ਪੈ ਗਏ। ਕਹਿੰਦਾ ਇਹ ਪਲੀਤ ਹੋ ਗਿਆ, ਗੰਦਾ ਹੋ ਗਿਆ, ਲਾਹ ਦਿੱਤਾ, ਧੋ ਕੇ ਲਿਆਓ। ਹਜ਼ੂਰ ਕਹਿੰਦੇ ਕਾਹਦੇ ਨਾਲ? ਇਹਦੇ ਖੂਨ ਦੇ ਛਿੱਟੇ ਪੈ ਗਏ ਹੈ। ਤੇ ਪੰਗਤੀਆਂ ਚਾਰੀਆਂ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਇਹਦਾ ਮਾਸ ਖਾਣਾ, ਇਹਦਾ ਲਹੂ ਚੱਟਣਾ, ਇਹਦੇ ਹੱਡ ਮੂੰਹ 'ਚ ਪਾਉਣੇ, ਤੂੰ ਸੁੱਚਾ ਰਹਿ ਜਾਵੇਂਗਾ। ਇੱਕ ਛੱਟਾ ਪੈਣ ਨਾਲ ਤਾਂ ਤੇਰਾ ਚੋਲਾ ਪਵਿੱਤਰ ਅਪਵਿੱਤਰ ਹੋ ਗਿਆ ਹੈ, ਹੁਣ ਧੋਣਾ ਪੈਣਾ ਤੈਨੂੰ। ਟਕਾ ਕੇ ਸੱਟ ਮਾਰੀ ਸੀ। ਦੂਸਰੇ ਸਰੂਪ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਪਤਾ ਨਹੀਂ ਇਤਿਹਾਸ ਵਾਲੇ ਆਪ ਖਾਂਦੇ ਆ ਤੇ ਕੋਲੋਂ ਲਿਖੀ ਜਾਂਦੇ ਆ, ਯੋਗ ਨਹੀਂ। ਕੋਈ ਬਾਣੀ 'ਚ ਪੰਕਤੀ ਵਿਖਾਓ, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਵੀ ਕੋਈ ਪੰਕਤੀ ਨਹੀਂ। ਜਿਹੜਾ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾ, ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ, ਕੌਣ ਮਾਸ ਕੌਣ ਪਾਪ ਕੌਣ ਕਿਸਵੇ, ਕੌਣ ਮਾਂ ਕੌਣ ਸਾਗ ਕਹਾਵੇ, ਕਿਸਵੇ ਪਾਪ ਕਮਾਣੇ। ਇਹ ਤਾਂ ਆਰਗ ਪੰਕਤੀਆਂ ਨੇ, ਸ਼ਬਦ ਬੜਾ ਲੰਬਾ ਹੈ। ਝਾਂਸੀ ਦੀ ਰਾਣੀ ਹੈ, ਤੇ ਨਾਲ ਉਹਦਾ ਪੁੱਤਰ ਹੈ, ਤੇ ਗੁਰੂ ਨਾਨਕ ਪਾਤਸ਼ਾਹ ਕੁਰੂਕਸ਼ੇਤਰ 'ਤੇ ਗਏ ਹੈ, ਤੇ ਸੂਰਜ ਗ੍ਰਹਿਣ ਲੱਗਾ ਹੈ। ਹਜ਼ੂਰ ਦੀ ਨੀਤੀ ਸੀ, ਜਿਹੜੀ ਗੱਲ ਕਿਸੇ ਨੂੰ ਕਹਿਣੀ ਹੈ ਉਹਦੇ ਕੋਲੋਂ ਕਹਾਉਣੀ ਹੈ, ਇਹ ਨਹੀਂ ਕਹਿਣਾ ਆਓ ਮੈਂ ਤੁਹਾਨੂੰ ਦੱਸਾਂ, ਨਾ ਮਰਿਆਦੀ ਕਰਵਾਉਣੀ ਹੈ। ਆ ਗਏ ਜੀ, ਕਿਰਪਾ ਕਰੋ, ਅਸੀਂ ਕੰਗਾਲ ਹੋ ਗਏ ਹੈ, ਰਾਜ ਸਾਡਾ ਖੁੱਸ ਗਿਆ ਹੈ। ਹਜ਼ੂਰ ਕਹਿੰਦੇ ਬ੍ਰਹਮ ਭੋਜ ਤੁਮ ਕਰੋ ਵਿਸਾਲਾ, ਪ੍ਰਾਪਤ ਹੋਏ ਹੈ ਰਾਜ ਬਹੋਰੀ। ਬਹੋਰੀ ਮੁੜ ਕੇ ਬ੍ਰਹਮ ਭੋਜ ਕਹਿੰਦੇ, ਖੀਰ ਦੇ ਲੰਗਰ ਨੂੰ ਬ੍ਰਹਮ ਭੋਜ ਕਹਿੰਦੇ। ਉਹ ਅੱਗੋਂ ਕਹਿੰਦੇ ਜੀ ਕੰਗਾਲ ਗਰੀਬ ਹੋ ਚੁੱਕੇ, ਸਾਡੇ ਕੋਲ ਕੁਛ ਨਹੀਂ, ਜੋ ਹੈਗਾ ਲੈ ਆਓ। ਕੌਤਕ ਸੀ ਨਾ। ਹਰਨ ਮਰਿਆ ਲਿਆਂਦਾ, ਕਹਿੰਦੇ ਇਹਦਾ ਮਾਸ ਸਵਾਰੋ, ਤੇ ਕੋਰੇ ਮੱਟ 'ਚ ਪਾ ਦਿਓ, ਨਾਲ ਮਸਾਲੇ ਪਾ ਦਿਓ, ਚੁੱਲ੍ਹਾ ਬਣਾ ਕੇ ਉੱਪਰ ਰੱਖ ਕੇ ਅੱਗ ਬਾਲ ਦਿਓ, ਤੇ ਜਾਓ, ਤੁਹਾਡੀ ਆਸ ਪੂਰੀ ਹੋ ਜਾਊ। ਸੂਰਜ ਗ੍ਰਹਿਣ ਲੱਗਾ, ਲੋਕ ਕਈ ਤਰ੍ਹਾਂ ਦੀਆਂ ਬੰਦਗੀਆਂ ਸਿਮਰਨ ਕਰਦੇ ਨੇ। ਜਿੰਨੇ ਵੇਖ ਲਿਆ, ਕਿਸੇ ਨੇ ਰਿੱਝਦੇ ਦੀ ਸਮੈਲ ਵੇਖ ਲਈ, ਕਿਸੇ ਨੇ ਰੌਲਾ ਪਾ ਦਿੱਤਾ, ਕੌਣ ਆਗੇ ਨੇ, ਮਾਰੋ ਡਾਂਗਾ ਇਸੇ ਨੂੰ, ਜਿਉਂਦਾ ਨਾ ਛੱਡੋ ਇਸੇ ਨੂੰ, ਆਗੇ ਇਕੱਠੇ ਹੋ ਕੇ। ਹਜ਼ੂਰ ਕਹਿੰਦੇ ਪਹਿਲਾਂ ਸਾਡੇ ਨਾਲ ਚਰਚਾ ਕਰਕੇ ਝੂਠੇ ਕਰ ਲਓ, ਫਿਰ ਸਾਨੂੰ ਮਾਰ ਲਿਓ। ਸੋ ਜਿਹਦੇ ਨਾਲ ਤੁਹਾਡਾ ਵੱਡਾ ਸਿਆਣਾ ਉਹਨੂੰ ਸਾਹਮਣੇ ਲਿਆਓ। ਇੱਕ ਨਾਨੂ ਪੰਡਤ ਸੀ, ਪਖੰਡੀ। ਸੋ ਉਹ ਆਂਦਾ ਲੋਕੋ ਜੋ ਨਾਨਕ ਅਵਤਾਰ ਹੋਣਾ ਉਹ ਤਾਂ ਮੈਂ ਹੋ ਗਿਆ ਹੈ। ਐਵੇਂ ਘਰਦਿਆਂ ਨਾਨੂ ਨਾਂ ਰੱਖਤਾ, ਮੈਂ ਨਾਨਕ ਹਾਂ। ਵਿਦਵਾਨ ਬੜਾ ਸੀ, ਉਹਨੂੰ ਲਿਆਂਦਾ ਅਸਲੀ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ। ਗਿਆਨ ਚਰਚਾ ਹੋਈ, ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਹੈ। ਗੋਡੀਆਂ ਲੱਗੀਆਂ, ਝੂਠਾ ਹੋ ਗਿਆ। ਤੇ ਤੁਹਾਡੀ ਮੱਤ ਕਹਿੰਦੀ ਹੈ ਬ੍ਰਾਹਮਣ ਦੇ ਕਰਮ, ਬੰਦਿਆਂ ਨੂੰ ਵੰਡ ਦਿੱਤਾ ਚੌਂ ਥਾਈਂ। ਬੰਦਗੀ ਸਿਮਰ ਕਰੇ, ਜਗ ਕਾਰੇ ਕਰਾਵੇ, ਪੜ੍ਹੇ ਪੜ੍ਹਾਵੇ, ਦਾਨ ਦਏ ਦਵਾਵੇ, ਛੇ ਕਰਮ ਕਰੇ। ਤੇ ਛਤਰੀ ਦਾ ਕਰਮ ਹੈ ਸ਼ਸਤਰਧਾਰੀ ਰਹਿਣਾ, ਸ਼ਿਕਾਰ ਖੇਡਣੇ, ਜੰਗ ਜੁੱਧ ਕਰਨਾ, ਆਏ ਦੁਸ਼ਮਣ ਨਾਲ ਮੁਕਾਬਲਾ ਕਰਨਾ। ਤੇ ਸਾਡੀ ਛਤਰੀ ਕੋਲ ਹੈ। ਤੂੰ ਇੰਨਾ ਤੰਗ ਕਿਉਂ ਹੋਇਆ ਹੈ? ਤੇਰੇ ਗ੍ਰੰਥ ਹੀ ਕਹਿੰਦੇ ਆ ਰਾਜ ਦਾ ਕਰਮ ਹੈ ਖੇਤੀਬਾੜੀ ਕਰਨੀ, ਸ਼ੂਦਰ ਦਾ ਕਰਮ ਹੈ ਹੋਰ ਛੋਟੇ ਕੰਮ ਕਰਨੇ, ਹੈ ਤੇ ਭਰਾ ਹੀ ਸਕੇ। ਪਰ ਇੰਨਾ ਫਰਕ ਕਿਉਂ ਪੈ ਗਿਆ?
उस मौका जो झूठा हो गया, शास्त्र भी दसते साढ़े कोल किहड़े है, साड़ा हक भी ठीक है। सारा शब्द उचारिया भी निरा मास मास करके लड़ी जाना, तो रात नूं जिहड़ा मास खाना है वकार भोगदा है, तो मास दे बने धीआं पुत्र तेरे तैनूं चंगे लगदे ते दूजिआं दा मास तैनूं बुरा लगदा है। मास खाण दी पंक्ति एक भी उहदे विच नहीं, पर खाण वालिआं नूं शब्द कम बड़ा दिंदा है। ਜਦੋਂ ਝੂਠਾ ਹੋ ਗਿਆ ਦਵਾਈ ਦੇ ਕੇ ਮੰਨਿਆ ਲੋਕੋ, ਮੈਂ ਪਖੰਡੀ ਨਾਨਕ ਹਾਂ, ਇਹ ਅਸਲ ਨਾਨਕ ਨੇ। ਅੱਜ ਤੋਂ ਮੈਨੂੰ ਨਾਨਕ ਨਾ ਆਖਿਓ। ਮੈਂ ਤਾਂ ਗ੍ਰੰਥ ਪੜ੍ਹੇ ਸੀ ਤੇ ਆਪਣੇ ਆਪ ਦਾ ਨਾਂ ਨਾਨਕ ਰਖਾ ਲਿਆ ਸੀ। ਹਜ਼ੂਰ ਕਹਿੰਦੇ ਫਿਰ ਜਿਹੜੇ ਮੱਟ ਵਿੱਚ ਮਾਸ ਪਾਉਂਦੇ ਤੁਸੀਂ ਵੇਖੇ ਹੈ, ਉਸ ਮੱਟ ਦਾ ਮੂੰਹ ਖੋਲੋ ਤੇ ਵਿੱਚੋਂ ਖੀਰ ਨਿਕਲੀ ਬ੍ਰਹਮ ਭੋਜ। ਖਾਓ ਤੇ ਛਕੋ, ਛਕਾਓ ਸਾਰਿਆਂ ਨੂੰ। ਤੇ ਜੇ ਮਾਸ ਦੇ ਹੱਕ 'ਚ ਹੁੰਦਾ ਫਿਰ ਖੀਰ ਕਿਉਂ ਕੱਢਦੇ, ਫਿਰ ਮਾਸ ਹੀ ਖਵਾ ਦਿੰਦੇ। ਦੂਸਰੇ ਸਰੂਪ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਿੰਘਾਂ ਉੱਪਰ 100 ਬੱਕਰੇ ਦਾ ਇੱਜੜ ਲਈ ਆਉਂਦਾ ਹੈ। ਸੋ ਸਿੰਘਾਂ ਇਹ ਕੀ ਕਰਨ ਨੂੰ ਜੀ, ਝੰਡ ਝੋਲਾ। ਕੱਲ੍ਹ ਬੇਨਤੀ ਕੀਤੀ ਸੀ ਨਾ ਵੀ ਸਾਬਰ ਸੂਰਤ ਦਾ ਬੱਚਾ ਪੈਦਾ ਕਰਦਾ ਹੈ, ਮਾਂ ਦੇ ਗਰਭ 'ਚੋਂ ਕੇਸ ਸਿਰ 'ਤੇ ਹੁੰਦੇ ਹੈ, ਅਤੇ ਬਣੇ ਰਹਿਣ ਤੋਂ ਜੈਸੀ ਉਪਜੀ ਪੇੜ 'ਤੇ ਤੈਸੀ ਨਿਭੇ ਓੜ, ਹੀਰਾ ਕਿਸ ਕਾ ਬਾਪੜਾ ਪੁੱਜੇ ਨਾ ਰਤਨ ਕਰੋੜ। ਇਹੋ ਜਿਹਾ ਹੋਵੇਗਾ ਸਾਬਰ ਸੂਰਤ ਰਹਿਣ ਦਿਓ। ਤੇ ਪਰ ਤੁਸੀਂ ਵਾਲ ਕੱਟ ਕੇ ਝੰਡ ਝੂਠੀ ਕਰ ਦਿੰਦੇ ਹੋ, ਸਿਰ ਬਣਾ ਦਿੰਦੇ ਹੋ। ਇਹ ਮੁਸਲਮਾਨੀ ਮੱਤ ਵਾਲੇ ਇਸ ਪ੍ਰਕਾਰ ਆਪਣਾ ਸੁੰਤ ਬਿਠਾਉਂਦੇ ਹੈ, ਸਾਬਰ ਸੂਰਤ ਵਿਗਾੜਦੇ ਹੈ, ਬਰਾਦਰੀ ਇਕੱਠੀ ਕਰਦੇ। ਹਿੰਦੂ ਮੱਤ ਵਾਲੇ ਜੂੜਾ ਕੀਤਾ ਹੁੰਦਾ ਬਰਾਦਰੀ ਕਤਲ ਕਰਦੇ ਆ, ਫਿਰ ਸਿਰ ਮੁੰਨਦੇ ਆ ਤੇ ਮੁੰਡਾ ਨਾਂ ਪ੍ਰਚਲਿਤ ਹੋਇਆ। ਜੋਗੀ ਮੱਤ ਵਾਲੇ ਕਰਨ ਮੇਧ ਕਰਦੇ ਹੈ। ਇਹ ਵੱਖਰੇ ਵੱਖਰੇ ਸੰਸਕਾਰ ਲੋਕਾਂ ਨੇ ਬਣਾਏ ਹੋਏ ਆ, ਕੰਨ ਵਿੰਨ੍ਹਦੇ ਆ, ਸਾਬਰ ਸੂਰਤ ਵਿਗਾੜਦੇ ਆ। ਇਹ ਜੀ ਝੰਡ ਝੋਲਾ ਹੈ, ਚੋਲਾ ਹੈ ਪੁੱਤਰ ਦਾ, ਤੇ 100 ਬੱਕਰਾ ਤਾਂ ਲਿਆਂਦਾ ਹੈ ਵੱਢਣੇ ਹੈ, ਸਰੀਕੇ ਨੂੰ ਖਵਾਉਣੇ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਇਤਨੇ ਜੀਵ ਹਿੰਸਾ ਕਰੇ, ਪਾਪ ਵਿਸਾਲਾ ਪਰ ਸਿਰ ਧਰੇ। ਅਬ ਤਾਂ ਸੁਗਮੰਗ ਜਾਨੋ ਕਰਬੋਂ, ਪਰਤ ਮਹਾਦੁਖ ਨਰਕਨ ਪਰਬੋਂ, ਲਹੇ ਮਹਾਦੁਖ ਨਰਕਨ ਪਰਬੋਂ। ਦੇ ਸਾਸਨਾ ਜਮ ਕੇ ਦੂਤ, ਤਾਹ ਨ ਪਹੁੰਚੇ ਬੰਦ ਪਪੂਤ। ਜਿਨ ਕੇ ਹਿਤ ਅਤ ਕਰਮ ਕਮਾਏ, ਤਾਹ ਨ ਰੰਚਕ ਹੋਏ ਸਹਾਏ। ਸੁਖ ਭੋਗੇਂਗੋ ਸਗਲੋ ਲੋਗ, ਆਪਦਾ ਪੜੇ ਤੋਹੇ ਬੜ। ਆਪਦਾ ਬਿਪਤਾ ਨੂੰ ਕਹਿੰਦੇ ਹੈ, ਤੇ ਵੱਡਾ ਸੋਗ ਆਪਦਾ ਪੜੇ ਤੋਹੇ ਬੜ ਸੋਗ। ਇਸ ਪ੍ਰਕਾਰ ਸੋ ਜੇ ਇਹ ਨਾ ਪਾਪ ਕਰੇਗਾ ਤਾਂ ਕੋਈ ਦੁਨੀਆ ਦਾ ਲੋਕ ਹੋਰ ਭਾਵੇਂ ਸੁੱਖ ਪਾ ਲੈ, ਤੂੰ ਸੁੱਖ ਨਹੀਂ ਪਾ ਸਕਦਾ। ਇਹ ਕਹਿ ਕੇ ਬੱਕਰੇ ਬੱਕਰੇ ਛਡਾਏ ਤੇ ਸਿਰ ਮੂੰਹ ਨਹੀਂ ਮੁੰਨਣਾ, ਮੰਡਣ ਸੰਸਕਾਰ ਨਹੀਂ ਸਿੱਖੀ ਮੱਤ ਵਿੱਚ ਕਰਨਾ। ਇਸ ਪ੍ਰਕਾਰ ਜੇ ਮੁੰਡਾ ਹੈ ਤੇ ਫਿਰ ਸਿੱਖ ਨਹੀਂ, ਸਿੱਖਿਆ ਤੇ ਮੁੰਡਾ ਨਹੀਂ। ਇਹ ਦੋ ਲਫ਼ਜ਼ ਇਕੱਠੇ ਨਹੀਂ ਹੋ ਸਕਦੇ। ਫਿਰ ਕੀ ਕਹਿਣਾ ਚਾਹੀਦਾ? ਭੁਜੰਗੀ ਭੂਮ ਨਾਮ ਹੈ ਧਰਤੀ ਦਾ ਤੇ ਜੰਗ ਕਰਨ ਵਾਲਾ। ਭੁਜੰਗ ਸਭ ਨੂੰ ਵੀ ਕਹਿੰਦੇ ਆ, ਕਾਮ ਕ੍ਰੋਧ ਨਾਲ ਲੜਨ ਵਾਲਾ, ਜਿੱਤ ਪ੍ਰਾਪਤ ਕਰਨ ਵਾਲਾ ਗੁਰੂ ਕਾ ਸਿੱਖ। ਇਸ ਪ੍ਰਕਾਰ ਗੁਰਮੁਖੋ ਕੁੱਠਾ ਨਹੀਂ, ਮਾਸ ਨਹੀਂ ਕੋਈ ਵੀ ਖਾਣਾ, ਸਿਰ ਮੂੰਹ ਨਹੀਂ ਕਿਤੇ ਵੀ ਮੰਨਣਾ, ਧੌਲੇ ਨਹੀਂ ਚਗਾਉਣੇ, ਰੰਗ ਨਹੀਂ ਲਵਾਉਣੇ, ਪਰਤਰਿਆ ਗਾਮੀ ਨਹੀਂ ਹੋਣਾ, ਤੇ ਤੰਬਾਕੂ ਨਹੀਂ ਵਰਤਣਾ। ਕੁੱਠਾ ਹੁੱਕਾ ਚਰਸ ਤੰਬਾਕੂ, ਗਾਂਜਾ ਟੋਪੀ ਤਾੜੀ ਖਾਕੂ। ਇਨ ਕੀ ਓੜ ਨਾ ਕਬਹੂ ਦੇਖੈ, ਰਹਿ ਤੋ ਵੰਤ ਸੋ ਸਿੰਘ ਸਖੇ। ਪੀਏ ਤੰਬਾਕੂ ਪੁੱਠਾ ਖਾਏ, ਪਰਤਰੇ ਭੋਗੇ ਕੇਸ ਮਨਾਏ। ਇਹ ਕਰਤਾਂ ਵੱਡੀਆਂ ਚਾਰ, ਕਰ ਬੈਠੇ ਸੋ ਹੋਏ ਖਵਾਰ। ਸੋ ਕਿੰਨੇ ਪ੍ਰਮਾਣ ਤੁਹਾਡੇ ਸਮੱਖ ਰੱਖੇ ਨੇ, ਬਹੁਤੇ ਤਾਂ ਮੈਂ ਰੱਖ ਨਹੀਂ ਸਕਿਆ। ਲਿਖਿਆ ਤੇ ਬਹੁਤ ਕੁਛ ਆ ਮਹਾਤਮਾ ਨੇ ਗ੍ਰੰਥਾਂ 'ਚ। ਇੰਨੀਆਂ ਬੇਨਤੀਆਂ ਬੱਜਰ ਕਰਤਾਂ ਤੇ ਸਾਰੇ ਵੀਰ ਮਾਈ ਭਾਈ ਸੁਣ ਲਈਆਂ ਨੇ, ਤੇ ਯਾਦ ਰੱਖਿਓ ਜੇ ਕਰੋਗੇ ਤਾਂ 84 ਤੋਂ ਨਹੀਂ ਬਚ ਸਕਦੇ, ਜੰਮਣ ਮਰਨ ਤੋਂ ਨਹੀਂ ਬਚ ਸਕਦੇ, ਨਰਕਾਂ ਤੋਂ ਨਹੀਂ ਬਚ ਸਕਦੇ। ਸਿੱਖੀ ਵੱਲੋਂ ਅੰਮ੍ਰਿਤਧਾਰੀ ਦੀ ਮੌਤ ਹੈ। 5 ਪਿਆਰੇ ਜਿਉਂਦਾ ਕਰ ਸਕਦੇ, ਤਨਖਾਹ ਲਾ ਕੇ ਦੁਬਾਰਾ ਅੰਮ੍ਰਿਤ ਛਕਾ ਕੇ। ਤੇ ਕਿੰਨੇ ਕੁ ਇਸ ਪਾਸੇ ਤੇ ਕਿੰਨੇ ਕੁ ਬਚੇ ਹੈ, ਇਹ ਆਪ ਤੁਸੀਂ ਧਿਆਨ ਦੇ ਲਓ। ਫਿਰ ਸ਼ਰਾਬ ਪੀਣੀ ਤੇ ਭੰਗ ਪੀਣੀ, ਕੋਈ ਹੋਰ ਨਸ਼ਾ ਵਰਤਣਾ, ਇਹ ਤਾਂ ਆਦ ਕੇ ਸੋਖਨ ਕਰਹਿਤਾ ਨੇ। ਬੇਅਮਰਤੀਆਂ ਦੇ ਹੱਥ ਦਾ ਖਾਣਾ, ਤੰਬਾਕੂ ਪੀਣ ਵਾਲੇ ਹੱਥ ਦਾ ਖਾਣਾ, ਇਹ ਸੂਖਮੁਖੀਤਾ ਭਾਵ ਝੂਠ ਖਾਣੀ, ਇਹ ਸੂਖਮ ਛੋਡੀਆਂ ਕਰਹਿਤਾਂ ਨੇ। ਇਹ ਵੀ ਕਰਨ ਤੋਂ ਜ਼ਰੂਰ ਬਚਣਾ ਚਾਹੀਦਾ ਹੈ। ਪਤਾ ਹੋਵੇ ਮੇਰੇ ਵਰਗਾ ਮੇਰੇ ਵੀਰ ਦਾ ਜੀਵਨ ਹੈ, ਨਿਤਨੇਮੀ ਹੈ, ਵਿਕਾਰਾਂ ਤੋਂ ਬਚਿਆ ਹੈ, ਉਹਦਾ ਹੱਥ ਲੱਗਿਆ ਝੂਠਾ ਖਾਧਾ ਜਾਵੇ ਤਾਂ ਕੋਈ ਪਾਪ ਨਹੀਂ, ਪਰ ਨਹੀਂ ਕਦੇ ਵੀ ਖਾਣਾ ਚਾਹੀਦਾ। ਫਿਰ ਹਜ਼ੂਰ ਦੇ ਹਜ਼ੂਰੀ 'ਚ ਖਲੋ ਕੇ ਬਲਾਕੀ ਸਿੰਘਾਂ ਨੂੰ ਸੋ ਸਿੱਖਿਆ ਦੇਣ ਵਾਲੇ 5 ਪਿਆਰਿਆਂ 'ਚੋਂ ਦੱਸਦੇ ਨੇ ਵੀ 5 ਨਾਲ ਵਸਾਹ ਨਹੀਂ ਕਰਨਾ। ਉਹ ਕੌਣ ਨੇ?
पंक्तियाँ इस तरह भी हैं, मीणे और मसंदिए मोने कुड़ी जो मार होए सिख वरतन करंत करेंगे खुआर। इस तरह भी ने तो मसंदा तो शुरू करते हैं। मसंद बड़ा सत्कारयोग लफ्ज सी, तो मसंद शुरू किए सी गुरु अमरदास महाराज साहब जी ने। दूर दरेडे सिੱਖੀ फैली हुई है, उन्होंने सब सिक्ख्यावां देनियां, 22 मंजियां दित्तियां, बीबियां नूं पीढ़े 72 दिते सिੱਖੀ के प्रचार वास्ते। जो संगतां गुरु घर लई माया कढ़न हिस्सा देण, तिल फुल भेटा संगतां नूं लैके आउणा, माया लैके आउणी, चंगे थां ते लाउणी। इन्हां मसंदां दे जीवन विगड़ गए। ये पता लगा तो ये मसंद बदनाम हो गए। हुण किसी नूं मसंद कहीए तो गुस्सा करदा, पर हुण भी बड़े ने किहड़े ਜਿਹੜੇ झूठियां पर्चियां छपाइयां, झूठियां रसीतां बनवाइयां। अमके थां पुल बन रहा, अमके थां प्रशन कराने, अमके थां गुरुद्वारा बन रहा, फलानियां बच्चियां दे विआह कराने, इत्थे जे कराउणा, सब झूठ सब ठगी। दास इंग्लैंड सी ते नीली पग बधी, अधकड़ उमर दा दाड़ा छड्डिया ते फोटो फड़ियां। ये शिगरी घरां दे बच्चे पढ़ाउणे है। आड़ा सिख चैनल है, ते ब्रांच खुल रही है। तो मैं कहा 2-4 मैं नाम लए, मैं तो उत्थे 20 वारी कथा की है, कौन कौन है, तो उस वेले भज गया फटाफट, एक होर ना पाज खुल जाए। एक ने 20 देते, किसी ने 10 देते। इस तरह भी करी फिरते हैं दुनिया ते ठगी मारन वास्ते। उन्हां दा नाम है मसंद। गुरु घर दे ते धर्म दे नां ते कतर कर करके ते आप खांदे है। जिन्हां मसंदां नूं फिर महाराज साहब दसवें पातशाह ने साड़िया सी, अग विच पा पा, तेल दे कड़ाहियां ते पा पा, तता गुड़ सिर विच पा पा, उन्हां विच चंगे भी होए ने। हुण भी मोनियां च भी चंगे होणगे, ते कई मास खाण वालियां विच भी चंगे होणगे सुभाਅ दे, पर उन्हां नूं ज्ञान नहीं, उन्हां कदे पढ़िया नहीं, उन्हां कदे सुनिया नहीं। महाराज साहब चंगियां दा मिलाप करवाउण ते माड़ियां तो बचा के रखण। इस प्रकार गुरमुखो इन्हां मसंदां तो बच के रहना है। ते महाराज साहब हुक्म लाया, अपनी हत्थी सेवा करो जिन्नी तुहाडे कोल बण आवे। इस ठगी का शिकार ना कदे मुड़ के होयो। इनू मसंद कहते हैं। तो मीणा किनू कहते हैं? खोटी संगत मीणिया दुख देंदी मिता, दरगह मीणा मारिए कर कूड़ कपता। वो मीणा है पिरताप, जिस धन का तुम गर्व करता हो सो तन किसे न आप। जो तुमरे हर होते स्वामी तिनके जापो जाप, उपदेश कहत नानक तुमको, जो सुनो तो जाए संताप। ये शब्द गुरु रामदास जी का है। तो वड्डा पुत्र सी पिरथी चंद, पिता के भी विरुद्ध, तो वड्डे छोटे भरा गुरु अर्जन साहब के सारी उम्र ही विरुद्ध, मारन तक बड़े यतन किए। भतीजे हरगोबिंद साहब सच्चे पातशाह जी नूं दाई भेजी लालच दे के थणा अस्तणा नूं जहर ला के झुगा के मरवा दे। सप वाला भेजिया, सप छड्ड के डंग मरवा के मरवा दे। ब्राह्मण नूं जहर दित्ती, आप लैके ते 500 का लालच दिता, दही च मिला के खवा के मरवा दे। सारी उम्र यतन करता रहा, तो ਉਹਦੀ औलाद ਜਿਹੜੀ ਉਹਨੂੰ मीणा कह के छड्डिया होया है। इस प्रकार क्यों ਉਹਨੂੰ छड्डिया है, की कारण सी? ਇਹੋ ਜਿਹੀ जुल्म पाप करता रहा। अखीर महाराज साहब ਨੂੰ दुख दिवाउण लई जा रहा सी, सूल हो के चौल सा खा के मर गया सी। सारी उम्र वो नहीं टिक के बैठा, यतन करी गया, सुलही खा चढ़ा के लिया, सलबी खा चढ़ा के लिया, नहीं सी गुरु साहब तक कोई पहुँच सकिया। ताती वावना लग गई पार ब्रह्म शरणाई, चौगिरद हमारे रामकार दुख लगे न भाई। इन्हां मीणियां दा वसा नहीं खाना, इन्हां तो बच के रहना, तो मसंदियां तो भी बचना जिहड़े ठगियां मारते हैं। हुण भी बड़ी गिनती है इन्हां दी। चित्थण तो ते विचारन तो पढ़न ते सुन तो बिना ठगी दे शिकार हो जाते हैं। उस तो परंत वारी आ जाती है मीणे मसंदिए ते मीणे, ते फिर धीर मलीए। धीर मल कौन सी? गुरु हरगोबिंद साहब का वड्डा सपुत्र बाबा गुरदित्ता जी, ते बाबे गुरदित्ते का वड्डा पुत्र धीर मल, ते छोटा पुत्र धन धन गुरु हरराय साहब महाराज साहब जी। गुरु हरराय साहब छोटे भरा नाल बड़ी विरोधता की, कई तरह के यतन किए इसने। सो इस प्रकार तां करके उस नूं छड्डिया होया। ते धीर मल दी कोल विच धीर मलीआ जिन्हों कहते हैं, वह वड भाग सिंह। उन्होंने सिंह क्यों कहते? उन्हें अमर छक लिया सी तां उन्होंने सिंह कहते हैं। हुण भी जिहड़ा इन्हां चों अमर छक लिया साडा भरा है किसी विचों भी। इस प्रकार थंब साहब गुरुद्वारा करतारपुर वड्डी लकड़ का बनाया होया, विरोधी चढ़ के आए,
ਤੇ ਦਲਾਂ ਨੂੰ ਸਿੰਘਾਂ ਨੂੰ ਜਿਹੜੇ ਲੋਕੇ ਰਹਿੰਦੇ ਸੀ ਦੱਸ ਨਹੀਂ ਪਾਈ ਤੇ ਮੁਕਾਬਲਾ ਵੀ ਨਹੀਂ ਕੀਤਾ, ਸ਼ਹੀਦੀ ਵੀ ਨਹੀਂ ਪਾਈ ਤੇ ਛੱਡ ਕੇ ਭੱਜ ਗਿਆ ਤੇ ਜਾ ਕੇ ਭੂਤਨੇ ਕੱਢਣ ਲੱਗ ਗਿਆ। ਤਾਂ ਕਰਕੇ ਉਸ ਨੂੰ ਛੱਡਿਆ ਹੋਇਆ। ਧੀਰ ਮਲੀਏ, ਇਹਨਾਂ ਨਾਲ ਨਹੀਂ ਮਿਲਣਾ, ਇਹਨਾਂ ਤੋਂ ਦਾ ਵਸਾ ਨਹੀਂ ਖਾਣਾ। ਇਸ ਪ੍ਰਕਾਰ ਸੋ ਆਪ ਸੱਚੇ ਪਾਤਸ਼ਾਹ ਦੇ ਮਸੰਦਾਂ ਦਾ ਤੇ ਇਸੇ ਪ੍ਰਕਾਰ ਸੋ ਮੀਣਿਆਂ ਦਾ ਤੇ ਧੀਰ ਮਲੀਆਂ ਦਾ ਵਸਾ ਨਹੀਂ ਖਾਣਾ ਤੇ ਰਾਮ ਰਾਈਆਂ ਦਾ ਨਹੀਂ ਖਾਣਾ। ਉਹ ਰਾਮ ਰਾਈਏ ਕੌਣ ਹੈ? ਰਾਮ ਰਾਏ ਗੁਰੂ ਹਰ ਰਾਏ ਸਾਹਿਬ ਮਹਾਰਾਜ ਸਾਹਿਬ ਦਾ ਵੱਡਾ ਸੁਪੁੱਤਰ ਸੀ ਤੇ ਛੋਟੇ ਸਨ ਸ੍ਰੀ ਹਰਿਕ੍ਰਿਸ਼ਨ ਸਾਹਿਬ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਤੇ ਕਿੰਨੇ ਯਤਨ ਉਸਨੇ ਕੀਤੇ। ਸੋ ਕਹਿਣ ਤੋਂ ਭਾਵੇਂ ਦਿੱਲੀ ਗਿਆ ਸੀ, ਸਭਾ ਜੁੜੀ ਹੋਈ ਹੈ, ਪਿਤਾ ਚੁੱਪ ਕਰਕੇ ਬੈਠੇ ਹੋ। ਔਰੰਗਜ਼ੇਬ ਬੜਾ ਤਵਸ਼ਵੀ ਸੁਭਾਅ ਦਾ ਹੈ, ਜਿਹਨੇ ਪਿਓ ਦਾ ਲਿਹਾਜ਼ ਨਹੀਂ ਕੀਤਾ ਤੇ ਭਰਾਵਾਂ ਨੂੰ ਵੀ ਮਾਰ ਦਿੱਤਾ, ਆਪਣੀ ਭੈਣ ਤੱਕ ਕਿਸੇ ਨੂੰ ਛੱਡਿਆ ਹੀ ਨਹੀਂ। ਉਹਦੀ ਚਿੱਠੀ ਆਈ ਹੈ ਫਿਰ ਦਿੱਲੀ ਆਓ, ਮੈਂ ਕੁਛ ਸ਼ਕਤੀਆਂ ਵੇਖਣੀਆਂ ਤੁਹਾਡੀਆਂ। ਤੇ ਨਾਵੇਂ ਪਾਤਸ਼ਾਹ ਕਹਿੰਦੇ ਨਾਟਕ ਚੇਤ ਕੀਏ ਕੋ ਕਾਜਾ ਪ੍ਰਭ ਲੋਕਨ ਕੇ ਆਪ ਤੇ ਲਾਜਾ। ਉਹਨੇ ਸੱਦਿਆ, ਨਾ ਜਾਈਏ ਤੇ ਵਿਗਾੜ ਪੈਦਾ ਹੁੰਦਾ ਤੇ ਜੇ ਜਾਈਏ ਤੇ ਫਿਰ ਕੁਝ ਉਲਟ ਪੁਲਟ ਬੋਲਣਾ ਪਊ, ਕੁਝ ਕਰਨਾ ਭਰ ਕੇ ਵਿਖਾਉਣਾ ਪਊ। ਤੇ ਕਹਿੰਦਾ ਜਿੱਥੇ ਜਾਣ ਤੋਂ ਬਿਨਾਂ ਨਹੀਂ ਸਰਦਾ ਤੇ ਕਿਉਂ ਨਹੀਂ ਜਾਂਦੇ, ਫਿਰ ਤੂੰ ਹੀ ਚਲਿਆ ਜਾ। ਕਹਿੰਦੇ ਮੈਨੂੰ ਦਿਓ ਬਾਰ, ਦਿਓ ਸ਼ਕਤੀਆਂ, ਜਾ ਤੇਰੀ ਰਸਨਾ ਤੇ ਅਸੀਂ ਬੈਠਾਂਗੇ, ਜੋ ਕਹੇਗਾ ਸੋ ਹੋਵੇਗਾ। ਗੁਰਮਤਿ ਦੇ ਆਸ਼ੇ ਤੋਂ ਉਲਟ ਨਹੀਂ ਕੁਝ ਵੀ ਕਹਿਣਾ। ਇਹ ਵੀ ਨਾਲ ਸਿੱਖਿਆ ਦੇ ਦਿੱਤੀ। ਬੜੀਆਂ ਸੈਂਕੜਿਆਂ ਦੇ ਹਿਸਾਬ ਨਾਲ ਸ਼ਕਤੀਆਂ ਵਿਖਾਈਆਂ। ਪਾਣੀ 'ਤੇ ਤੁਰ ਕੇ ਵਿਖਾ ਦਿੱਤਾ, ਮਰਿਆ ਬੱਕਰਾ ਜਿਉਂਦਾ ਕਰਕੇ ਵਿਖਾ ਦਿੱਤਾ, ਮਸੀਤ ਭਗਾ ਕੇ ਵਿਖਾ ਦਿੱਤੀ, ਗੁਪਤ ਪ੍ਰਗਟ ਕਈ ਕੁਛ ਵਿਖਾ ਦਿੱਤਾ। ਇੱਕ ਦੋ ਨਹੀਂ, ਬਹੁਤ ਸ਼ਕਤੀਆਂ ਵਿਖਾਈਆਂ। ਅਜੇ ਗਿਆ ਹੀ ਸੀ ਤੇ ਖੋਈ ਉੱਪਰ ਖਿੱਚ ਕੇ ਚਾਦਰਾ ਵਸਾ ਦਿੱਤਾ ਵੀ ਇਹ ਤੁਹਾਡੇ ਬੈਠਣ ਲਈ ਹੈ। ਇਹ ਖੋਈ 'ਚ ਬੈਠੂ ਡਿੱਗ ਪਊ, ਇਸ ਤਰ੍ਹਾਂ ਉੱਪਰ ਬਹਿ ਗਿਆ ਜਿਵੇਂ ਫੁੱਲ ਰੱਖੀਦਾ ਹੈ। ਬੜੀਆਂ ਸ਼ਕਤੀਆਂ ਵਿਖਾਈਆਂ। ਔਰੰਗਜ਼ੇਬ ਬੜਾ ਖੁਸ਼ ਹੋ ਗਿਆ, ਬੜਾ ਪ੍ਰਭਾਵਿਤ ਹੋ ਗਿਆ। ਮਲਾਣਿਆਂ ਤੇ ਹੋਰ ਰਕਾਜ਼ੀਆਂ ਆਦਿਕਾਂ ਦੇ ਪੁੱਛਣ ਤੋਂ ਜੀ ਕਿਤੇ ਬਾਣੀ 'ਚ ਪੰਕਤੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਪੇੜਾ ਹੁੰਦਾ ਜਿੱਥੇ ਰੱਖੀ ਹੋਵੇ ਮਿੱਟੀ, ਭਾਂਡੇ ਬਣਾਏ ਜਾਂਦੇ ਹੈ। ਜਿਵੇਂ ਜ਼ਿਮੀਂਦਾਰ ਪੇੜ ਬਣਾਉਂਦੇ ਸੀ, ਇਸ ਪ੍ਰਕਾਰ ਜਿਵੇਂ ਬੀਬੀਆਂ ਕਤਲ ਵਾਲੀਆਂ ਪੇੜ ਪਾਉਂਦੀਆਂ ਸੀ, ਇਹ ਪੇੜ ਦਾ ਅਰਥ ਹੈ। ਉਹ ਇਸ ਪ੍ਰਕਾਰ ਇਹਨਾਂ ਨੂੰ ਪੁੱਛੋ ਵੀ ਇਹ ਮੁਸਲਮਾਨੀ ਮਤ ਦੀ ਤੋਹੀਨ ਕਿਉਂ ਲਿਖੀ ਹੋਈ ਹੈ ਬਾਣੀ 'ਚ। ਤੇ ਰੋਬ ਥੱਲੇ ਆ ਕੇ ਕਹਿੰਦਾ ਜੀ ਲਿਖਾਰੀ ਦੀ ਗਲਤੀ, ਅਸਲ ਮਿੱਟੀ ਬੇਈਮਾਨ ਕੀ ਹੈ। ਮੁਸਲ ਨੂੰ ਕੇਵਲ ਇੰਨਾ ਹੀ ਅੱਖਰ ਬਦਲਿਆ ਤੇ ਮਹਾਰਾਜ ਸਾਹਿਬ ਨੂੰ ਪਤਾ ਲੱਗ ਗਿਆ, ਸੁਨੇਹਾ ਮਿਲ ਗਿਆ ਤੁਹਾਡੇ ਪੁੱਤਰ ਨੇ ਸਭਾ ਤਾਂ ਜਿੱਤ ਲਈ ਸੀ, ਪਰ ਇਸ ਗੱਲੋਂ ਥਿੜਕ ਗਿਆ। ਹੁਕਮ ਜਾਰੀ ਹੋਇਆ, ਅਬ ਹਮਰੇ ਮੁਖ ਲਾਗੋ ਨਾਹੀ, ਰਹੋ ਆਪ ਤੁਰ ਕੇਸਰ ਪਾਹੀ। ਤੁਰਕਾਂ ਦੇ ਪਾਸ ਹੀ ਰਹੋ, ਹੁਣ ਸਾਨੂੰ ਮੂੰਹ ਨਾ ਵਿਖਾਈ। ਫੇਰ ਸੁਨੇਹਾ ਭੇਜਿਆ, ਕਿੱਧਰ ਜਾਵਾਂ? ਜਿੱਧਰ ਤੇਰਾ ਮੂੰਹ ਉੱਧਰ ਹੀ ਚਲਿਆ ਜਾ, ਸਾਡੇ ਵੱਲ ਨਾ ਆਵੀਂ। ਰੋਬ ਥੱਲੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਪੰਕਤੀ, ਤੈਨੂੰ ਕਿਹਨੇ ਹੱਕ ਦਿੱਤਾ ਬਦਲ ਦੇਵੇਂ? ਅਸੀਂ ਵਰ ਦਿੱਤਾ ਤੇਰੀ ਰਸਨਾ ਤੇ ਅਸੀਂ ਬੈਠਾਂਗੇ। ਇਸ ਕਰਕੇ ਉਸ ਨੂੰ ਛੱਡਿਆ ਹੋਇਆ ਹੈ, ਜਿਹਨੇ ਆਪਣੇ ਛੋਟੇ ਭਰਾ ਹਰਿਕ੍ਰਿਸ਼ਨ ਸਾਹਿਬ ਨਾਲ ਬੜੀ ਈਰਖਾ ਕੀਤੀ, ਔਰੰਗਜ਼ੇਬ ਦਾ ਪੱਖੀ ਬਣਿਆ ਰਿਹਾ। ਇਸ ਪ੍ਰਕਾਰ ਸ਼ਕਤੀਆਂ ਵਾਪਸ ਲੈ ਲਈਆਂ, ਤਾਂ ਕਰਕੇ ਉਸ ਨੂੰ ਛੱਡਿਆ ਹੈ। ਇਹਨਾਂ ਤੋਂ ਵੀ ਵਸਾ ਨਹੀਂ ਕਰਨਾ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਤੇ ਫਿਰ ਚੌਥੇ ਨੰਬਰ 'ਤੇ ਆਉਂਦਾ ਹੈ, ਪੰਜਵੇਂ ਨੰਬਰ 'ਤੇ ਆਉਂਦਾ ਹੈ ਗੰਗੂ ਸ਼ਾਹੀਏ। ਉਹ ਕੌਣ ਸੀ? ਭਾਰਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬੰਦਗੀ ਕੀਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਦਿੱਲੀ ਬੈਠੇ। ਸੋ ਇਹਨੇ ਕਿਹਾ ਸੀ ਤੂੰ ਪਿਤਾ ਵਾਲੀ ਗੱਦੀ ਲੈ ਲਈ ਆ, ਹੈ ਤੇ ਤੂੰ ਮਾਤਾ ਦਾ ਮਾਲ ਹੀ ਆ। ਤੇ ਕਹਿੰਦੇ ਪਿਤਾ ਦਾ ਬਚਨ ਪੂਰਾ ਕਰ ਦਿੰਦੇ ਤੇ ਰਸਨਾ ਤੇ ਜੋ ਬੈਠੇ ਹੈ, ਮਾਤਾ ਸਰੀਰ ਤੇ ਲੈ ਲੈਨੇ, ਸਰੀਰ ਤੇ ਛੱਡਣਾ ਹੀ ਹੈ। ਤੇ ਵਾਰੀ ਸਾਡੇ ਬਾਬੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਆਉਣ ਵਾਲੀ ਹੈ। ਸਰੀਰ ਤੇ ਚੇਤਕ ਮਾਤਾ ਲੈ ਲਈ, ਬੜਿਆਂ ਦੇ ਦੁੱਖ ਦੂਰ ਕੀਤੇ ਤੇ ਬੱਚਾ ਉੱਥੇ ਬਣਿਆ ਹੋਇਆ ਹੈ। ਅਜੇ ਤੱਕ ਸੰਗਤਾਂ ਸਭ ਬਿਮਾਰੀਆਂ ਦੂਰ ਕਰਾਉਂਦੀਆਂ ਨੇ, ਪਹਿਲੇ ਵੀ ਹੁੰਦੀਆਂ ਆਈਆਂ ਨੇ। ਇਸ ਪ੍ਰਕਾਰ ਸਰੀਰ ਛੱਡਣ ਦਾ ਸਮਾਂ ਬਣਾ ਲਿਆ ਤੇ ਔਰੰਗਜ਼ੇਬ ਨੂੰ ਮੂੰਹ ਨਹੀਂ ਵਿਖਾਇਆ, ਚਲੇ ਤੇ ਗਏ। ਬੜੀਆਂ ਸ਼ਕਤੀਆਂ ਨੇ, ਸਾਰੀਆਂ ਕਹਿਣ ਦਾ ਹੁਣ ਸਮਾਂ ਨਹੀਂ ਕੁਝ ਕਹਿਣ ਦਾ। ਸੋ ਔਰੰਗਜ਼ੇਬ ਨੇ ਲਿਖ ਕੇ ਭੇਜਿਆ ਸੀ ਕਿ ਮੈਨੂੰ ਇੱਕ ਵਾਰੀ ਦਰਸ਼ਨ ਜ਼ਰੂਰ ਦੇਵੋ। ਸਤਿਗੁਰ ਘਰ ਕੋ ਸ਼ਬਦ ਲਿਖੀਜੈ, ਪੜ੍ਹੋ ਵਿਚਾਰੋ ਹਿਰਦੇ ਧਰੀਜੈ, ਚਲੋ ਪੰਥ ਸਭ ਸੁਖ ਪਾਵੋ, ਜਨਮ ਮਰਨ ਕਹਿ ਕੇ ਮਿਟਾਵੋ। ਕਿਆ ਖਾਧੇ ਕਿਆ ਪੈਦੇ ਹੋਏ, ਜਾਮਾ ਨਾਹੀ ਸੱਚਾ ਸੋਏ, ਕਿਆ ਮਿੱਠਾ ਕਿਆ ਘਿਓ ਗੁੜ ਮੈਦਾ, ਕਿਆ ਮਾਸ
क्या लश्कर क्या नेब खवासी आवे महली वास नानक सच्चे नाम बिन सभे टोल विनाश। ਬਾਣੀ ਦੀਆਂ ਪੰਕਤੀਆਂ ਤੇ ਇਤਿਹਾਸ ਦੀਆਂ ਪੰਕਤੀਆਂ ਸਾਂਝੀਆਂ ਤੁਹਾਡੇ ਸਮੱਖ ਰੱਖ ਦਿੱਤੀਆਂ। ਸਰੀਰ ਛੱਡ ਗਏ। ਸਰੀਰ ਛੱਡਣ ਤੋਂ ਪਹਿਲਾਂ 5 ਪੈਸੇ ਨਾਰੀਅਲ ਹੱਥ ਵਿੱਚ ਲੈ ਕੇ ਹਵਾ 'ਚ ਘੁਮਾ ਕੇ ਸੁਰਤੀ ਦੁਆਰਾ ਬਾਬੇ ਗੁਰਦਿੱਤਾ ਉਹਦਾ ਭਰਾ ਛੋਟਾ ਵੀ ਬਾਬਾ ਗੁਰੂ ਤੇਗ ਬਹਾਦਰ ਬਗਵਾੜੇ ਬੈਠਾ ਹੋਇਆ ਹੈ, ਉਹ ਗੁਰੂ ਬਣ ਕੇ ਤੁਹਾਡੀ ਸੰਭਾਲ ਕਰੂ। ਸੰਗਤ ਜੀ 5 ਪੈਸੇ ਨਾਰੀਅਲ ਗੁਰਦਿੱਤਾ ਜੀ ਬਾਬੇ ਬੁੱਢੇ ਦੀ ਅੰਸ ਬੰਸ ਵਿੱਚ ਉਹਨੂੰ ਦੇ ਕੇ ਭੇਜਿਆ। ਉਹ ਲੈ ਕੇ ਆਇਆ ਬਾਬੇ ਬਕਾਲੇ ਤੇ ਝੋਲੀ 'ਚ ਪਵਾ ਕੇ ਗੁਰੂ ਬਣ ਗਏ ਸੀ। ਉਹਨਾਂ 'ਚ 22 ਬੈਠੇ ਸੀ ਜਿਹੜੇ ਪਖੰਡੀ, ਤੇ ਹੁਣ ਵੀ ਇਹਨੂੰ ਉਦੋਂ ਵੱਧ ਹੀ ਹੋਣਗੇ। ਉਹਨਾਂ ਵਿੱਚ ਧੀਰਮਲ ਵੀ ਬੈਠਾ ਸੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕਰਕੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ 'ਤੇ ਗੋਲੀ ਚਲਾਤੀ ਸ਼ੀਹੇ ਮਛੰਦ ਦੁਆਰਾ, ਮੱਥੇ ਨੂੰ ਛੋਹ ਕੇ ਨੰਗੀ ਗੁਰੂ ਤੇਗ ਬਹਾਦਰ ਪਾਤਸ਼ਾਹ ਨਿਰਵੈਰਾਂ ਨਾਲ ਵੈਰ। ਇਹ ਹਾਲਾਤ ਕੀਤੀ ਸੀ, ਤਾਂ ਕਰਕੇ ਉਸ ਨੂੰ ਛੱਡਿਆ ਹੋਇਆ। ਉਹਨੂੰ ਗੰਗੂ ਸ਼ਾਹੀਏ ਕਹਿੰਦੇ ਨੇ, ਕਿ ਜਿਹੜਾ ਗੰਗੂ ਸਾਹਿਬਜ਼ਾਦਿਆਂ ਨੂੰ ਫੜਾਉਣ ਵਾਲਾ ਸੀ ਉਹ ਵੀ ਵਿੱਚ ਹੀ ਆ ਗਿਆ। ਇਸ ਪ੍ਰਕਾਰ ਪੰਜਾਂ ਦਾ ਵਸਾਹ ਨਹੀਂ ਕਰਨਾ, ਸਿੱਖੀ ਤੋਂ ਤੜਾਉਣ ਦਾ ਯਤਨ ਕਰਨਗੇ, ਤੋੜਨ ਦਾ, ਤੇ ਪੰਜਾਂ ਨਾਲ ਮੇਲ ਨਹੀਂ ਕਰਨਾ, ਆਪਣੀਆਂ ਬੱਚੀਆਂ ਦੇ ਰਿਸ਼ਤੇ ਨਹੀਂ ਦੇਣੇ ਤੇ ਨਹੀਂ ਉਹਨਾਂ ਦੇ ਲੈਣੇ। ਇਸ ਪ੍ਰਕਾਰ ਕੇਸਾਂ ਦਾ ਸੰਬੰਧ ਤੇ ਪਹਿਲੇ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਅਖੀਰ ਤੱਕ ਚੱਲਦਾ ਹੈ। ਸੋ ਵੱਧ ਤੋਂ ਵੱਧ ਗੁਰਮੁਖੋ ਕੇਸਾਂ ਦਾ ਸੰਭਾਲ ਕਰੋ, ਕੇਸਾਂ ਦਾ ਸਤਿਕਾਰ ਕਰੋ। ਕੱਲ੍ਹ ਕੁਝ ਪੰਕਤੀਆਂ ਤੁਹਾਡੇ ਸਮੱਖ ਰੱਖੀਆਂ ਸੀ, ਦੁਬਾਰਾ ਨਾ ਦੁਹਰਾਈਏ। ਉੱਠਦੇ ਬਹਿੰਦੇ ਸੌਂਦੇ ਵਿਚਰਦੇ ਵਾਹਿਗੁਰੂ ਵਾਹਿਗੁਰੂ ਮੰਤਰ ਸਭ ਦਾ ਸਾਂਝਾ। ਇਹਦੀ ਮਹਿਮਾ 'ਚ ਇੱਕ ਕਾਸ਼ਤ ਭਰੀ ਹੋਈ ਹੈ, ਸ਼ਾਇਦ ਅੱਜ 6ਵੀਂ ਕਾਸ਼ਤ ਹੈ। ਇੱਕ ਫੁਰਨਾ ਇਹ ਹੋਰ ਵੀ ਕਈ ਕੁਝ ਕਿਹਾ ਜਾ ਸਕਦਾ ਹੈ, ਸੋ ਹੁਣ ਉਹ ਬਹੁਤਾ ਨਾ ਕਹੀਏ, ਸ਼ਾਇਦ 6ਵੀਂ ਕਥਾ ਹੋ ਗਈ ਹੈ। ਇਸੇ ਸੰਬੰਧ ਵਿੱਚ ਵਿਸਥਾਰ ਮੁੱਕਣ ਵਾਲਾ ਨਹੀਂ, ਬਹੁਤਾ ਲੰਬਾ ਚੌੜਾ ਹੈ। ਮਹਾਰਾਜ ਸਾਹਿਬ ਕਿਰਪਾ ਕਰਕੇ ਸਾਡੇ ਪਾਸੋਂ ਸੇਵਾ ਲੈਂਦੇ ਨੇ। ਇੱਕ ਫੁਰਨਾ ਹੋਰ ਹੈ ਕਿ ਜਪਜੀ ਸਾਹਿਬ ਦੀ ਜਿਹੜੀ ਮਹਾਨਤਾ ਹੈ ਇਹ ਸੰਗਤਾਂ ਤੱਕ ਨਹੀਂ ਪਹੁੰਚਦੀ, ਕਿੰਨੀ ਕੁ ਹੈ। ਪ੍ਰਧਾਨ ਬਾਣੀ ਹੈ, ਸਾਰੀਆਂ ਬਾਣੀਆਂ ਦਾ ਸ਼੍ਰੋਮਣੀ ਬਾਣੀ ਹੈ, ਪਹਿਲੇ ਸਰੂਪ ਤੋਂ 10ਵੇਂ ਪਾਤਸ਼ਾਹ ਤੱਕ ਕਿੰਨਾ ਕੁ ਮਾਣ ਇਸ ਨੂੰ ਦਿੱਤਾ ਗਿਆ ਹੈ। ਇਹਦੀ ਵਿਚਾਰ ਮਹਾਰਾਜ ਸਾਹਿਬ ਲੈ ਲੈਣ। ਜੇ ਰਿਕਾਰਡ ਹੋ ਜੂਗੀ ਤਾਂ ਦੇਸਾਂ ਪ੍ਰਦੇਸਾਂ 'ਚ ਪ੍ਰੇਮੀ ਜਨ ਵੀਰ ਲਾਭ ਲੈਣਗੇ, ਅਤੇ ਮੈਨੂੰ ਪਤਾ ਵਿਰੋਧੀਆਂ ਨੂੰ ਦਰਦ ਵੀ ਹੋਣੀ ਹੈ। ਉਹਨਾਂ ਤਰੇੜ ਲੱਭਣ ਦਾ ਯਤਨ ਵੀ ਕਰਨਾ, ਤੇ ਉਲਟ ਪੁਲਟ ਵੀ ਬੋਲਣਾ, ਤੇ ਬੋਲਦੇ ਰਹਿਣ। ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀਓ ਹੈ ਢਾਰ। ਆਪਣਾ ਤਨ ਢਾਲ ਕੇ ਰੱਖਣਾ ਚਾਹੀਦਾ ਹੈ। ਸਤਿਗੁਰੂ ਕਿਰਪਾ ਕਰਨ, ਪੜ੍ਹਿਆ ਸੁਣਿਆ ਥਾਂ ਪਾਉਣ, ਅਤੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ, ਅਤੇ ਨਾਮ ਦੀ ਦਾਤ ਪ੍ਰਾਪਤ ਹੋਵੇ। ਨਾ ਪਤਾ ਹੋਣ ਤੋਂ ਕਈ ਵੀਰ ਮਾਰ ਖਾਈ ਜਾਂਦੇ ਹੈ। ਜੇ ਪਤਾ ਹੋ ਜਾਵੇ ਤਾਂ ਚੰਗੇ ਚੰਗੇ ਹਰ ਮੱਤ ਵਿੱਚ ਹੀ ਹੋਏ ਨੇ, ਹੁਣ ਵੀ ਨੇ ਅਤੇ ਗਾਂਹ ਵੀ ਜ਼ਰੂਰ ਹੋਣਗੇ। ਉਹਨਾਂ ਪਾਸੋਂ ਦਾਸ ਬੇਨਤੀ ਬਾਪ ਸੋ ਨਿਸਨਮਰ ਬੇਨਤੀ ਕਰਦਾ ਹੈ, ਭੁੱਲਾਂ ਨਾ ਚਿਤਾਰਿਓ, ਸਰੇਕ ਗੁਣਾਂ ਨੂੰ ਗ੍ਰਹਿਣ ਕਰੋ, ਅਤੇ ਔਗਣਾਂ ਦਾ ਤਿਆਗ ਕਰੋ, ਅਤੇ ਸੱਚਾ ਮਿੱਠਾ ਅਤੇ ਘੱਟ ਬੋਲੋ। ਫਿਰ ਹੋਵਾਂਗੇ ਲੋਕ ਸੁਖੀ ਪਰਲੋਕ ਸੁਹੇਲੇ। ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸੋ ਮੇਲ। ਰਸਨਾ ਸਫਲੀ ਕਰੋ ਅਤੇ ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।